हाँ जी, वाहिगुरु जी का खालसा, वाहिगुरु जी की फतेह। Thank you and welcome to the weekly program of Voice of Manavta, started by Sir Meghra Singh ji। ਤੇ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ। ਇਹ ਜਿਹੜਾ ਪ੍ਰੋਗਰਾਮ ਅਸੀਂ ਪੇਸ਼ ਕਰਨ ਜਾ ਰਹੇ ਹਾਂ ਉਹ ਹੈ ਟੂ ਬੀ ਕੰਟੀਨਿਊਡ ਫਰਮ 1984। ਤੇ ਅੱਜ ਦੇ ਸਾਡੇ ਜਿਹੜੇ ਨੇ ਅਸੀਂ ਕੀ ਸਾਡੇ ਸਬਕ ਸਿੱਖੇ ਨੇ, ਕੀ ਸਾਡੇ ਕੋਲੇ ਚੁਣੌਤੀਆਂ ਨੇ, ਉਹ ਚੁਣੌਤੀਆਂ ਦੇ ਵਿੱਚੋਂ ਕੀ ਸਾਡੇ ਕੋਲੇ ਸੋਲੂਸ਼ਨਸ ਨੇ, lesson learned so that we can take those things steps ताकि ਜਿਹੜੀਆਂ events don't get otherwise history gets repeated। So ਆਪੋ ਆਪਣੇ ਵਿਚਾਰ ਆ ਜਿਹੜੇ ਅਸੀਂ ਪੁੱਛਾਂਗੇ, ਪਰ I just want for all the audience and ਸਰੋਤੇ ਜੋ ਵੀ ਤੁਹਾਡਾ ਪਿਛੋਕੜ ਹੈ ਉਹਦੇ ਮੁਤਾਬਕ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਤੇ ਤੁਹਾਨੂੰ ਸਾਰਿਆਂ ਨੂੰ greetings, welcome to this program। Views expressed in this program are strictly by the audience or the speakers, their own personal views. This is not the official policy of Voice of Manavta. But we appreciate your support tan man tan de naal, and feel free to contact Sir Meghra Singh ji concerning this program for any valuable advice, suggestions, constructive feedback will be greatly appreciated। Before saying further, so ਅੱਜ ਅਸੀਂ ਇਹ ਜਿਹੜਾ ਪ੍ਰੋਗਰਾਮ ਆ ਜੀ ਫੇਰ ਅਸੀਂ ਪਿਛਲੀ ਦਫਾ ਅਸੀਂ 1984 ਦਾ 1984 ਦਾ ਜਿਹੜਾ ਤੀਸਰਾ ਘੱਲੂਘਾਰਾ ਉਹਨੂੰ ਅਸੀਂ ਡੈਡੀਕੇਟ ਕੀਤਾ ਸੀ। ਉਹ ਅਸੀਂ ਪੂਰਾ ਕੰਪਲੀਟ ਨਹੀਂ ਸੀ ਕਰ ਸਕੇ, ਲੇਕਿਨ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਟੂ ਬੀ ਕੰਟੀਨਿਊਡ ਉਹਦੇ 'ਚ ਕੀ ਸਾਡੀਆਂ ਚੁਣੌਤੀਆਂ ਨੇ, ਕੀ ਸਾਡੀਆਂ ਸਮੱਸਿਆਵਾਂ ਦੇ ਵਿੱਚੋਂ ਕੀ ਸਾਡੇ ਇਸ਼ੂਜ਼ ਨੇ ਤੇ ਕੀ ਉਹਨਾਂ ਦੇ ਸੋਲੂਸ਼ਨਸ ਨੇ ਤੇ ਕੀ ਸਬਕ ਅਸੀਂ ਸਿੱਖੇ ਆ ਉਹਨਾਂ ਦੇ ਵਿੱਚੋਂ ਤੇ ਉਹ ਸਭ ਸਿੱਖਿਆ ਨੂੰ ਕਿੱਥੋਂ ਤਾਈਂ ਇੰਪਲੀਮੈਂਟ ਕੀਤਾ ਸੀ ਤੇ ਕਿਹੜੀਆਂ ਹਲੇ ਵੀ ਸਾਡੇ ਵਿੱਚ ਕਮੀਆਂ ਨੇ ਸਾਨੂੰ ਕਰਨ ਦੀ ਲੋੜ ਹੈ, ਉਹਦੇ ਉੱਤੇ ਅਸੀਂ ਸਾਰਿਆਂ ਦੇ ਵਿਚਾਰ ਲਵਾਂਗੇ। ਤੇ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ I'll ask ਭੈਣ ਜੀ ਦਲਜੀਤ ਕੌਰ, she has ਕਵਿਤਾ to share with us। ਵਾਸੂ ਸਾਹਿਬ ਜੇ ਤੁਹਾਡੇ ਕੋਲ ਵੀ ਹੋਵੇ ਕੋਈ ਕਵਿਤਾ ਫੇਰ ਤੇ ਤੁਸੀਂ you are welcome to share after that। ਹਾਂਜੀ ਹਾਂਜੀ ਭੈਣ ਜੀ ਦਲਜੀਤ ਕੌਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਕਵਿਤਾ ਓੜਕ ਮੁੱਕੇਗੀ ਇਹ ਰਾਤ, ਅਫਜ਼ਲ ਅਹਿਸਾਨ ਰੰਧਾਵਾ ਉਹਨਾਂ ਦੀ ਲਿਖੀ ਹੋਈ ਹੈ। ਬਹੁਤ ਜਾਣਿਆਂ ਨੇ ਸ਼ਾਇਦ ਪਹਿਲਾਂ ਸੁਣੀ ਵੀ ਹੋਏਗੀ। ਕੁਝ ਘਟਨਾਵਾਂ ਅਜਿਹੀਆਂ ਹੁੰਦੀਆਂ ਨੇ ਜੋ ਇਤਿਹਾਸ ਨੂੰ ਨਵਾਂ ਮੋੜ ਦੇ ਜਾਂਦੀਆਂ ਹਨ। ਸਾਹਿਬ ਇੱਕ ਅਜਿਹੀ ਇਤਿਹਾਸਕ ਘਟਨਾ ਸੀ, ਇਸ ਨੇ ਨਾ ਸਿਰਫ ਸਿੱਖ ਮਾਨਸਿਕਤਾ ਨੂੰ ਬੁਰੀ ਤਰ੍ਹਾਂ ਘਾਇਲ ਕੀਤਾ, ਸਗੋਂ ਇਸ ਨੇ ਪੰਜਾਬੀ ਮਾਨਸਿਕਤਾ ਨੂੰ ਵੀ ਤਿੱਖੀ ਤਰ੍ਹਾਂ ਝੰਜੋੜਿਆ ਤੇ ਠਕੋਰਿਆ। ਗੁਰੂ ਕੀ ਨਗਰੀ ਤੇ ਗੁਰੂ ਘਰ ਉੱਤੇ ਚੜ ਪਾਪ ਦੀ ਜੰਜ ਨੇ ਵਾਗਿਓ ਪਾਰ ਵਸਦੀ ਮਾਨਵਤਾ ਨੂੰ ਕਿਵੇਂ ਬੇਚੈਨ ਕੀਤਾ ਅਤੇ ਸਾਈਂ ਮੀਆਂ ਮੀਰ ਦੀ ਵਿਰਾਸਤ ਨੇ ਕਿਵੇਂ ਹੰਝੂ ਕੇਰੇ। ਇਹ ਕਵਿਤਾ ਸਰਹੱਦੋਂ ਪਾਰ ਵਸਦੀ ਪੰਜਾਬੀ ਮਾਨਸਿਕਤਾ ਦੀ ਪ੍ਰਤੀਨਿਧ ਰਚਨਾ ਕਹੀ ਜਾ ਸਕਦੀ ਹੈ। ਸੁਣ ਰਾਹੀਆ ਕਰਮਾਂ ਵਾਲਿਆ, ਮੈਂ ਬੇਕਰਮੀ ਦੀ ਬਾਤ, ਮੇਰਾ ਚੜ੍ਹਦਾ ਸੂਰਜ ਡੁੱਬਿਆ, ਮੇਰੇ ਦਿਲ ਨੂੰ ਖਾ ਗਈ ਰਾਤ। ਮੇਰੀ ਸਾਮੀ ਕੁੱਖ ਜਨਮਾ ਚੁੱਕੀ, ਜਿਹੜੀ ਗੁਰੂ ਸਿਆਣੇ ਵੀ ਅੱਜ ਤਪਦੀ ਪੱਠੀ ਬਣ ਗਈ ਤੇ ਉਹਦੀ ਵੇਖ ਆਸੀਰ। ਤੇਰੇ ਦੇ ਵਿੱਚ ਉਹਨਾਂ ਨੇ ਦੱਸਿਆ ਕਿਵੇਂ ਬੱਚੇ ਤੇ ਕਿਵੇਂ ਸ਼ਹੀਦ ਹੋਏ, ਕਿਸ ਤਰ੍ਹਾਂ ਕਈ ਲੇਡੀਜ਼ ਉਹਨਾਂ ਦੇ ਹਸਬੈਂਡ, ਕਈਆਂ ਦੇ ਬੱਚੇ, ਕਈਆਂ ਦੇ ਮਾਂ ਪਿਓ, ਕਿੰਨੇ ਲੋਕ ਜਿਹੜੇ ਆ ਉਹ ਸ਼ਹੀਦ ਹੋਏ। ਤੇ ਮੈਂ ਥੋੜੀ ਜਿਹੀ ਸਕਿਪ ਕਰਨ ਲੱਗੀ ਆ ਕਿ ਲੰਬੀ ਹੋ ਜਾਏਗੀ, ਉਸ ਤੋਂ ਬਾਅਦ ਥੋੜੀ ਜਿਹੀ ਮੇਰਾ ਦਿਲ ਕਰਦਾ ਸੀ ਸਾਂਝੀ ਕਰਨ ਨੂੰ। ਮੇਰੇ ਬੁਰਜ ਮਨਾਰੇ ਢਾ ਦਿੱਤੇ, ਢਾ ਦਿੱਤਾ ਤਖਤ ਅਕਾਲ, ਮੇਰੇ ਸੋਨੇ ਰੰਗਾ ਰੰਗ ਅੱਜ, ਮੇਰੇ ਲਹੂ ਨਾਲ ਲਾਲੋ ਲਾਲ, ਮੇਰੇ ਖੁੱਬੀਆਂ ਟੈਂਕਾਂ ਮੀਡੀਆਂ, ਮੇਰੇ ਲੂਹਾਂ ਬੰਬਾਂ ਗੁੱਤ, ਮੇਰੇ ਕੁੱਛੜ ਅੰਨੀਆਂ ਗੋਲੀਆਂ, ਭੁੰਨ ਸੁੱਟੇ ਮੇਰੇ ਪੁੱਤ। ਮੇਰਾ ਸਾਲੂ ਰਾਤ ਸੁਹਾਗ ਦਾ ਹੋਇਆ ਏਦਾਂ ਲੀਰੋ ਲੀਰ, ਜਿਵੇਂ ਕਿਰਚੀ ਕਿਰਚੀ ਹੋ ਗਈ ਮੇਰੇ ਸ਼ੀਸ਼ੇ ਦੀ ਤਸਵੀਰ। ਮੇਰਾ ਸ਼ੇਰ ਬਹਾਦਰ ਸੂਰਮਾ, ਮੇਰਾ ਸ਼ੇਰ ਬਹਾਦਰ ਸੂਰਮਾ, ਜਰਨੈਲਾਂ ਦਾ ਜਰਨੈਲ, ਉਸ ਮੌਤ ਵਿਆਹੀ ਹੱਸ ਕੇ ਉਹਦੇ ਦਿਲ ਤੇ ਰਤਾ ਨਾ ਮੈਲ। ਪਰ ਕੋਈ ਨਾ ਉਹਨੂੰ ਬੋੜਿਆ, ਉਹਨੂੰ ਵੈਰੀਆਂ ਮਾਰਿਆ ਘੇਰ,
ਡੱਕੇ ਰਹਿ ਗਏ ਘਰਾਂ ਵਿੱਚ ਮੇਰੇ ਲੱਖਾਂ ਪੁੱਤਰ ਸ਼ੇਰ। ਸੁਣ ਰਾਹੀਆ ਕਰਮਾਂ ਵਾਲਿਆ ਇਸ ਬੇਕਰਮੀ ਦੀ ਬਾਤ, ਮੇਰਾ ਚੜ੍ਹਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ। ਮੇਰੇ ਲੂਲੂ ਚੋਂ ਪਈ ਵਗਦੀ ਭਾਵੇਂ ਲਹੂ ਦੀ ਇੱਕ ਇੱਕ ਨਹਿਰ, ਮੈਂ ਅਜੇ ਜਿਉਂਦੀ ਜਾਗਦੀ ਮੈਂ ਝੱਲ ਗਈ ਸਾਰਾ ਕਹਿਰ। ਮੈਂ ਮਰ ਨਹੀਂ ਸਕਦੀ ਕਦੀ ਵੀ ਭਾਵੇਂ ਵੱਢਣ ਅੱਠੇ ਪਹਿਰ, ਭਾਵੇਂ ਦੇਣ ਤਸੀਹੇ ਰੱਜ ਕੇ ਭਾਵੇਂ ਰੱਜ ਪਿਆਵਣ ਜ਼ਹਿਰ। ਮੇਰੇ ਪੁੱਤਰ ਸਾਗਰ ਜ਼ੋਰ ਦਾ ਹਰ ਬਾਂਹ ਇੱਕ ਇੱਕ ਲਹਿਰ, ਮੇਰੇ ਪੁੱਤਰ ਪਿੰਡੋ ਪਿੰਡ ਨੇ ਮੇਰੇ ਪੁੱਤਰ ਸ਼ਹਿਰੋ ਸ਼ਹਿਰ। ਮੇਰੀ ਉਮਰ ਕਿਤਾਬ ਦਾ ਵੇਖ ਲੈ ਤੂੰ ਹਰ ਇੱਕ ਵਰਕਾ ਪੜ੍ਹ, ਜਦੋਂ ਭਾਰੀ ਬਣੀ ਹੈ ਮਾਂ ਤੇ ਮੇਰੇ ਪੁੱਤਰ ਆਏ ਚੜ੍ਹ। ਪੜ੍ਹ ਕਿੰਨੀ ਵਾਰੀ ਮਾਂ ਤੋਂ ਉਹਨਾਂ ਵਾਰੀ ਆਪਣੀ ਜਾਨ, ਪੜ੍ਹ ਕਿੰਨੀ ਵਾਰੀ ਮਾਂ ਤੋਂ ਉਹਨਾਂ ਵਾਰੀ ਆਪਣੀ ਜਾਨ। ਪੜ੍ਹ ਕਿਸ ਦਿਨ ਆਪਣੀ ਮਾਂ ਦਾ ਉਹਨਾਂ ਨਹੀਂ ਸੀ ਰੱਖਿਆ ਮਾਨ। ਸੁਣ ਰਾਹੀਆ ਰਾਹੇ ਜਾਂਦਿਆ ਤੂੰ ਲਿਖ ਰੱਖੀਏ ਬਾਤ, ਮੇਰਾ ਡੁੱਬਿਆ ਸੂਰਜ ਚੜ੍ਹੇਗਾ ਓੜਕ ਮੁੱਕੇਗੀ ਇਹ ਰਾਤ। ਮੇਰਾ ਡੁੱਬਿਆ ਸੂਰਜ ਚੜ੍ਹੇਗਾ ਓੜਕ ਮੁੱਕੇਗੀ ਇਹ ਰਾਤ। ਜਿਉਂ-ਜਿਉਂ ਹਾਕਮ ਜਮਾਤ ਕਿਸੇ ਕੌਮ ਨੂੰ ਉਸਦੇ ਸੱਭਿਆਚਾਰਕ ਵਿਰਸੇ ਤੋਂ ਵਿਰਤਾ ਕਰਨ ਲਈ ਸਿੱਧੀਆਂ ਚਾਲਾਂ ਚੱਲਦੀ ਹੈ, ਤਿਉਂ-ਤਿਉਂ ਉਸ ਕੌਮ ਦੇ ਲੋਕ ਆਪਣੀਆਂ ਜੜ੍ਹਾਂ ਨਾਲ ਜੁੜਨ ਲਈ ਵੱਧ ਤੋਂ ਵੱਧ ਭਾਵੁਕ ਹੁੰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਥੈਂਕ ਯੂ। ਬਿਊਟੀਫੁਲ, ਵੈਰੀ ਦਰਦਨਾਕ ਸਮੇਂ ਦਾ ਜਿਹੜਾ ਸੀਨ ਸੀਗਾ ਕਵੀ ਨੇ ਖਿੱਚਿਆ ਤੇ ਤੁਸੀਂ ਇਹਨੂੰ ਪੜ੍ਹ ਕੇ ਸੁਣਾਇਆ ਸਾਡੇ ਨਾਲ। ਜਸਟ ਇਟਸ ਵਨ ਆਫ ਦੋਜ਼ ਥਿੰਗਸ ਜਿਹੜਾ 1984 ਦਾ ਘੱਲੂਘਾਰਾ ਸੀ, ਸਿੱਖ ਸਾਈਕੀ ਦੇ ਉੱਤੇ ਜਿਹੜਾ ਸੀ ਨਾ, ਜਦੋਂ ਲੋਕਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦਾ ਸਿੱਖੀ ਨਾਲ ਹਲੇ ਇੰਨਾ ਪਿਆਰ ਵੀ ਨਹੀਂ ਸੀ ਲੇਕਿਨ ਸਿੱਖ ਪਰਿਵਾਰਾਂ ਨਾਲ ਸਾਂਝ ਸੀ, ਜੰਮੇ ਸੀ, ਉਹ ਵੀ ਫੀਲ ਕਰਦੇ ਸੀ ਉਸ ਦਿਨ ਵੀ ਇਹ ਸਾਡੇ ਦਿਲ ਦੇ ਉੱਤੇ ਅਟੈਕ ਹੋਇਆ, ਇਹ ਜਿਹੜਾ ਅਟੈਕ ਹੋਇਆ ਉਸ ਵੇਲੇ। ਹਾਂਜੀ ਹਾਂਜੀ ਡਾਕਟਰ ਵਾਸੂ ਸਾਹਿਬ, ਤੁਹਾਡੇ ਪਾਸ ਵੀ ਕੋਈ ਹੈ ਜੀ ਕਵਿਤਾ ਸ਼ੇਅਰ ਕਰਨ ਦੇ ਲਈ? ਮੈਂ ਇੱਕ ਕਵਿਤਾ ਹੈ ਬਈ, ਇਹ ਜਿਹੜਾ ਘੱਲੂਘਾਰੇ ਵਾਪਰਦੇ ਨੇ ਇਹਨਾਂ ਦੀ ਜਿਹੜੀ ਸੰਭਾਵਨਾ ਹਰ ਵੇਲੇ ਬਣੀ ਰਹਿੰਦੀ ਹੈ, ਕਿਉਂਕਿ ਸਾਡੀ ਕੌਮ ਜਿਹੜੀ ਅਣਖ ਔਰ ਜੁਰਤ ਵਾਲੀ ਕੌਮ ਹੈ, ਤੇ ਕਿਉਂਕਿ ਇਹ ਕੌਮ ਰਾਜ ਵੀ ਪਹਿਲੇ ਕਰ ਚੁੱਕੀ ਹੈ, ਇਸ ਕਰਕੇ ਇਹਦੇ ਚ ਰਾਜ ਕਰਨ ਦੀ ਭਾਵਨਾ ਜਿਹੜੀ ਉਹ ਹਮੇਸ਼ਾ ਰਹਿੰਦੀ ਹੈ। तो सिख इतिहास की प्रकृति की है, मैं कुछ सिख इतिहास से गल करनी चाहना। सिख इतिहास कहानी मनुख दा दी, किवें बनी महान बयान करदा है, कायर चेतना भटकदी हिंदियां दी किवें बनी बलवान बयान करदा है, किवें बंदरां विच जकड़ी आत्मा ने गाए रूह दे गान बयान करदा है, वो टोटे जिगर दे अपने वार मामा सिखी सिदक बचान बयान करदा है। सिख इतिहास की बयान करदा है, किवें पली सिखी घल्लूघारियां विच उड्डण नैन प्राण बयान करदा है, वो कखों हौलियां अखों डिग्गियां विच आवे नवी कोई जान बयान करदा है। किवें लोग उठे कुलियां ढारियां चो बने तख्तां दी शान बयान करदा है। किवें चिड़ियां ने बादां दे खंभ तोड़े करके अमृत दा पान बयान करदा है। ओ किवें सिखी दी अलख बुकान वाले मुक्के शाही फरमान बयान करदा है। ओ जुल्म दियां नेरियां रोकने लई किवें बने तूफान बयान करदा है। बनी पूजा बलवान पंजाबियां दी सोधे कई हैवान बयान करदा है। ओ घरी जा पठाना नू हार दिती रोके किवें अफगान बयान करदा है। गुरु दे सिंह सूरे चने लोहे जबान बयान करदा है। काया कल्प इंसान दी हुई किदां ओए होए पतद परवान बयान करदा है। चमकी किस तरह शान मनुखता दी जागी अणख ते आन बयान करदा है। ओ किवें लालो दी सुखी परवान होई रद होए पकवान बयान करदा है। वाह जी वाह। प्यार दी गली विच जान खातर हथी सीस टिकान बयान करदा है। ओ किस तरह लोकी मानव दोखियां नू फड़ फड़ तखत तो लाउण बयान करदा है। किवें बेअंत शक्ति
करवट लै उठी ओ डिगदे जान सुल्तान बयान करदा सुख होमदा जिंद नूं ठंड पैंदी वैरी होण परेशान बयान करदा ओ किवें धरती उत्ते राज करन खातर उठे कई इंसान बयान करदा ओ किवें खालसा पंथ परवान चढ़िया किवें डिगे शैतान बयान करदा तो आखिरी है किवें दुश्मन दिल नूं हार हुंदी चमके रूह दी शान बयान करदा किवें दोखियां नूं दंड देण वाली ओ बनी साडी पहचान बयान करदा ये रंगीन इतिहास है खालसे दा होवे अकल हैरान बयान करदा जात इको इंसानियत धर्म मनिया ते वखरेवें सब मिटान बयान करदा ते 1 मिनट विच साडा नुकस की है साडी कौम दा ਇਹ ਕੌਮ ਦਲਾਰੀ ਗੁਰੂ ਦੀ ਏ ਵੇਖ ਸੂਲੀਆਂ ਹੱਥ ਪੈਂਦੀ ਲੜਨਾ ਮਰਨਾ ਤੇ ਕੰਮ ਇਹਦਾ ਇਹਨੂੰ ਵੇਖ ਵੈਰੀਆਂ ਗਸ਼ ਪੈਂਦੀ ਪਰ ਅਜਬ ਕਹਾਣੀ ਇਹਦੀ ਏ ਤਾਰੀਖ ਚੋਵੇ ਉਹ ਦੱਸ ਪੈਂਦੀ ਹੋਰ ਕੋਈ ਲੜਨ ਲਈ ਲੱਭੇ ਨਾ ਇਹ ਆਪਸ ਦੇ ਵਿੱਚ ਫਸ ਪੈਂਦੀ ਹੋਰ ਕੋਈ ਹੋਰ ਲੜਨ ਲਈ ਲੱਭੇ ਨਾ आपस दे विच फस पैंदी कौम न्यारी है अजब अलवेली कौम है धन्नवाद वाहिगुरु जी का खालसा वाहिगुरु जी की फतेह जी थैंक यू डॉक्टर वासु ब्यूटीफुली नरेटेड ਜਿਹੜੀ ਤੁਹਾਡੀ ਲਿਖੀ ਹੋਈ ਹੈ ਕਿਵੇਂ ਜੰਗਾਂ ਜੁੱਧਾਂ ਬਰੇਵਰੀ ਦਲੇਰੀ ਐਟ ਦਾ ਸੇਮ ਟਾਈਮ ਮਨ ਦੇ ਵਿੱਚ ਉਹ ਜਿਹੜਾ ਵਲਵਲਾ ਉਹ ਉਤਸ਼ਾਹ ਉਹ ਜਿਹੜੀ ਇਨਸਪੀਰੇਸ਼ਨ ਹੈ ਗੁਰੂ ਮਹਾਰਾਜ ਦੇ ਜੀਵਨ ਤੋਂ ਵੱਡੇ ਸਾਡੇ ਵੱਡੇ ਪੁਰਖਾਂ ਤੋਂ ਜਿਹੜੀ ਸਾਨੂੰ ਇਹ ਮਿਲੀ ਹੋਈ ਹੈ ਜਿਹੜੀ ਪ੍ਰੇਰਨਾ ਹੈ ਇਹਦੇ ਉੱਤੇ ਕਿਵੇਂ ਸਿੰਘ ਜਿਹੜੇ ਨੇ ਸਿੰਘਣੀਆਂ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਕਰਦੇ ਲੇਕਿਨ ਆਪਦੇ ਅਸੂਲਾਂ ਤੇ ਪਹਿਰਾ ਦਿੰਦੇ ਹੋਏ ਵੀ ਕਹਿੰਦੇ ਨੇ ਕੀ ਕਹਿੰਦੇ ਸੇਵਕ ਕੀ ਓੜ ਨਿਭਹੀ ਪ੍ਰੀਤ ਬਿਲਕੁਲ ਬਿਲਕੁਲ ਜੀਵਤ ਸਾਹਿਬ ਸੇਵਿਓ ਰਾਖਣ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ ਇਹ ਦਾਸਤਾਨ ਹੈ ਇਹ ਕਵਿਤਾ ਇੰਗਲੈਂਡ ਵਿੱਚ ਲਿਖੀ ਸੀ ਜੀ ਇੱਕ ਦਿਨ ਸਵੇਰੇ ਉੱਠੇ ਤੇ ਸਿੱਖ ਇਤਿਹਾਸ ਦਾ ਲੱਛਣ ਤੇ ਪ੍ਰਕਿਰਤੀ ਲਿਖੀ ਅੱਛਾ ਜੀ ਵਾਹ ਜੀ ਵਾਹ ਬਿਊਟੀਫੁਲ ਥੈਂਕ ਯੂ ਇਹ ਹਲੇ ਤੱਕ ਵੀ ਸਾਡੀ ਇਹ ਜਿਹੜੀ ਹੈ ਸਾਡੀ ਅਣਹੋਣੀ ਵੀ ਕਹਿ ਲਓ ਤੁਸੀਂ ਦੁਖਾਂਤ ਵੀ ਹੈ ਉਹ ਜਿਵੇਂ ਸ਼ਾਹ ਮੁਹੰਮਦ ਲਿਖਦਾ ਸ਼ਾਹ ਮੁਹੰਮਦਾ ਸਿੰਘਾਂ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਹੱਥ ਨੂੰ ਹਾਰੀ ਅਸੀਂ ਆਪਸ ਵਿੱਚ ਜਿਹੜਾ ਆਵਾਂਗੇ ਅਸੀਂ ਉਸ ਇਸ਼ੂ ਦੇ ਉੱਤੇ ਵੀ ਅਸੀਂ ਆਵਾਂਗੇ ਕਿਸ ਤਰ੍ਹਾਂ ਜਿਵੇਂ OSS ਦੁਰਮ ਨੇ ਕਿਤਾਬ ਲਿਖੀ ਸੀ ਇੰਟਰਨਲ ਐਂਡ ਐਕਸਟਰਨਲ ਥ੍ਰੈਟਸ ਟੂ ਸਿੱਖਿਜ਼ਮ ਉਹਦੇ ਵਿੱਚ ਉਹਨੇ ਬਾਹਲਾ ਕਿਹਾ ਬਾਹਰਲੇ ਦੁਸ਼ਮਣ ਨੇ ਤਾਂ ਕੰਮ ਕਰਨੇ ਹੀ ਹੁੰਦੇ ਆ ਸਭ ਤੋਂ ਜ਼ਿਆਦਾ ਜਿਹੜੇ ਸਾਨੂੰ ਚਕੰਨਾ ਹੋਣ ਦੀ ਲੋੜ ਹੈ ਸਾਵਧਾਨ ਹੋਣ ਦੀ ਲੋੜ ਆ ਸੁਚੇਤ ਹੋਣ ਦੀ ਲੋੜ ਹੈ ਉਹ ਸਾਨੂੰ ਜਿਹੜੇ ਇੰਟਰਨਲ ਥ੍ਰੈਟਸ ਨੇ ਚਾਹੇ ਉਹ ਭੇਖੀ ਪਹਿਰਾਵਿਆਂ ਦੇ ਵਿੱਚ ਆ ਭੇਖੀ ਲੀਡਰਾਂ ਦੇ ਵਿੱਚ ਆ ਜੋ ਸਿੱਖੀ ਦੇ ਦਿਖਾਵੇ ਦੇ ਵਿੱਚ ਆ ਤੇ ਅੰਦਰ ਖਾਤੀ ਫੱਟੇ ਫਰਸੇ ਲਾਏ ਨੇ ਬਿਕਾਜ਼ ਆਫ ਜਿਹੜਾ ਗੁਰੂ ਮਹਾਰਾਜ ਨੇ ਸਾਡਾ ਉੱਚਾ ਸੁੱਚਾ ਕਰੈਕਟਰ ਸੀ ਨਾ ਜੀ ਜਿਹੜਾ ਬਣਾਇਆ ਉਹਦੀ ਜਿਹੜੀ ਘਾਟ ਹੈ ਅਣਹੋਂਦ ਕਰਕੇ ਬਿਕਾਜ਼ ਆਫ ਮੋਹ ਮਾਇਆ ਦੇ ਅਧੀਨ ਪ੍ਰਬਲ ਹੋ ਕੇ ਥੈਂਕ ਯੂ ਬਿਊਟੀਫੁਲੀ ਨਰੇਟਡ ਨਾਓ ਆਲ ਆਸਕ ਭਾਈ ਸੁੱਚਾ ਸਿੰਘ ਹੁਣਾਂ ਨੂੰ ਜੀ ਉਹਨਾਂ ਦੇ ਵਿਊ ਟੂ ਬੀ ਕੰਟੀਨਿਊਡ ਫਰਮ 1984 ਜਿਹੜਾ ਸਾਡਾ ਘੱਲੂਘਾਰਾ ਹੋਇਆ ਤੇ ਉਹਦੇ ਵਿੱਚੋਂ ਜਿਹੜੇ ਕੀ ਉਹਦੀਆਂ ਜਿਹੜੀਆਂ ਸਾਨੂੰ ਚੁਣੌਤੀਆਂ ਨੇ ਤੇ ਕੀ ਉਹਦੇ ਵਿੱਚੋਂ ਅਸੀਂ ਸਬਕ ਸਿੱਖ ਸਕਦੇ ਹਾਂ ਭਾਈ ਸੁੱਚਾ ਸਿੰਘ ਜੀ ਇਤਿਹਾਸ ਦਾ ਇੱਕ ਹਿੱਸਾ ਬਣ ਗਿਆ ਜਿਸ ਤਰ੍ਹਾਂ ਵੱਡਾ ਘੱਲੂਘਾਰਾ ਛੋਟਾ ਘੱਲੂਘਾਰਾ ਉਹ ਸਾਡੇ ਉੱਚੀ ਕਰ ਲਓ ਜੀ ਥੋੜਾ ਜਿਹਾ ਉੱਚੀ ਕਰ ਲਓ ਆਵਾਜ਼ ਬੋਲਿਓ ਇੱਕ ਸੈਕਿੰਡ ਹਾਂਜੀ ਬੈਟਰ ਨਾਓ ਜੀ ਨਹੀਂ ਜੀ ਥੋੜੀ ਜਿਹੀ ਉੱਚੀ ਕਰੋ ਮੇਰੇ ਵੱਲੋਂ ਜੀ ਪੂਰੀ ਆਵਾਜ਼ ਕਰੀ ਹੋਈ ਹੈ ਇਸ ਵੇਲੇ ਤੁਸੀਂ ਇਹਨੂੰ ਆਪਣੇ ਹੈਡਫੋਨ ਨੂੰ ਰਿਮੂਵ ਕਰਕੇ ਗੱਲ ਕਰੋ ਦੇਖੋ ਭਲਾ ਕੀ ਹੁੰਦਾ ਜੀ ਹੁਣ ਕਿਸ ਤਰ੍ਹਾਂ ਜੀ ਹੁਣ ਬੈਟਰ ਓਕੇ 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 ਹਾਂਜੀ ਹੁਣ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਜੀ ਸੋ ਦੇਖੋ ਇਸ ਤਰ੍ਹਾਂ ਜੀ ਕਿ ਮੈਂ ਇਹ ਬੇਨਤੀ ਕਰ ਰਿਹਾ ਸੀ ਕਿ ਇਹ ਜਿਸ ਤਰ੍ਹਾਂ ਸਾਡੇ ਵੱਡਾ ਘੱਲੂਘਾਰਾ ਹੁੰਦਾ ਫਿਰ ਛੋਟਾ ਘੱਲੂਘਾਰਾ ਹੁੰਦਾ ਉਹ ਕਈ ਜੰਗਾਂ ਜੁੱਧਾਂ ਹੁੰਦੀਆਂ ਉਹ ਸਾਡੇ ਇੱਕ ਇਤਿਹਾਸ ਦਾ ਹਿੱਸਾ ਬਣ ਗਿਆ ਅਸੀਂ ਉਹਨੂੰ ਇਤਿਹਾਸਕ ਤੌਰ ਤੇ ਹੀ ਟਾਈਮ ਟੂ ਟਾਈਮ ਯਾਦ ਕਰਦੇ ਹਾਂ ਸਾਲ ਦੇ ਵਿੱਚ ਇੱਕ ਵਾਰੀ ਜਦੋਂ ਵੱਡਾ ਘੱਲੂਘਾਰਾ ਪੈਂਦਾ ਉਦੋਂ ਇਸੇ ਤਰ੍ਹਾਂ ਹੀ 1984 ਦਾ ਜਿਹੜਾ ਤੀਸਰਾ ਘੱਲੂਘਾਰਾ ਕਹਿ ਸਕਦੇ ਹਾਂ
ਇਹ ਹੁੰਦਾ ਹੈ ਤੇ ਇਹਨੂੰ ਅਸੀਂ ਜੂਨ ਦੇ ਮਹੀਨੇ ਦੇ ਵਿੱਚ ਸ਼ੁਰੂ ਦੇ ਵਿੱਚ 1 ਹਫ਼ਤਾ ਜਾਂ ਵੱਧ ਤੋਂ ਵੱਧ ਕਿਧਰੇ 2 ਹਫ਼ਤੇ ਯਾਦ ਕਰਦੇ ਹਾਂ, ਉਸ ਤੋਂ ਬਾਅਦ ਅਸੀਂ ਭੁੱਲ ਜਾਂਦੇ ਹਾਂ। ਹੁਣ ਇਹ ਮੈਂ ਜਿਹੜੀ ਗੱਲ ਕਰਨਾ ਜੀ, ਇਹ ਜਿਹੜੇ ਰੀਜ਼ਨਸ ਹੈਗੇ ਆ ਕਿ ਅਸੀਂ ਕਿਉਂ ਭੁੱਲ ਜਾਂਦੇ ਹਾਂ। ਜਿਹੜਾ ਜਾਨੀ ਇੱਕ ਚੀਜ਼ ਹੁੰਦੀ ਹੈ, ਇੱਕ ਇਨਸੀਡੈਂਟ ਹੁੰਦਾ ਤੇ ਦੂਸਰਾ ਆ ਜਾਂਦਾ, ਪਹਿਲਾਂ ਅਸੀਂ ਕਦੇ ਵੀ ਸੋਲਵ ਨਹੀਂ ਕੀਤਾ ਹੁੰਦਾ, ਅਸੀਂ ਦੂਸਰੇ ਤੇ ਪਿੱਛੇ ਲੱਗਦੇ ਹਾਂ ਤੇ ਅਸੀਂ ਪਿਛਲਾ ਜਿਹੜਾ ਭੁੱਲਦੇ ਜਾਂਦੇ ਹਾਂ। ਦੈਨ ਟਾਈਮ ਟੂ ਟਾਈਮ ਅਸੀਂ ਇਹ ਰਿਮਾਈਂਡ ਕਰਾਉਂਦੇ ਆਪਣੇ ਆਪ ਨੂੰ, ਆਪਣੇ ਬੱਚਿਆਂ ਨੂੰ ਵੀ ਕਿ ਸਾਨੂੰ ਭੁੱਲਣਾ ਨਹੀਂ ਚਾਹੀਦਾ, ਹਾਲਾਂਕਿ ਅਸੀਂ ਭੁੱਲੇ ਹੋਏ ਹੁੰਦੇ ਹਾਂ। ਓਕੇ, ਉਸ ਤੋਂ ਬਾਅਦ ਜਿਹੜੀ ਕਹਾਣੀ ਆਉਂਦੀ ਹੈ, ਭੁੱਲ ਜਾਂਦੇ ਆ ਠੀਕ ਹੈ, ਲੇਕਿਨ ਯਾਦ ਰੱਖ ਕੇ ਕੀ ਕਰੋਗੇ? ਠੀਕ ਹੈ ਜੀ। ਇੱਕ ਤੇ ਜਿਹੜਾ ਗਵਰਨਮੈਂਟ ਵੱਲੋਂ ਜਾਂ ਹੋਰ ਦੂਸਰੇ ਲੋਕਾਂ, ਸਾਡੇ ਲੋਕਾਂ ਦੇ ਵੱਲੋਂ ਵੀ ਸਾਨੂੰ ਇਹ ਕਿਹਾ ਜਾਂਦਾ ਕਿ ਭੁੱਲ ਜਾਓ ਜੀ, ਹੁਣ ਤੇ ਟਾਈਮ ਬਦਲ ਗਿਆ, ਇਸ ਤਰ੍ਹਾਂ ਦਾ। ਦੂਸਰਾ ਜਿਹੜਾ ਇਹਦਾ ਦੂਸਰਾ ਐਂਗਲ ਹੈ ਕਿ ਅਸੀਂ ਖੁਦ ਵੀ ਸੋਚ ਲਈਏ ਕਿ ਯਾਦ ਕਰਕੇ ਅਸੀਂ ਕੀਤਾ ਕੀ ਹੈ ਤੇ ਕਹਾਂ ਕੀ ਕਰ ਲਵਾਂਗੇ। ਕੋਈ ਸਾਡਾ ਕੋਈ ਸੋਲਿਡ ਪਲਾਨ ਤੇ ਕਦੇ ਵੀ ਨਹੀਂ ਬਣਿਆ ਕਿ ਹੁਣ 84 ਹੋਇਆ ਤੇ ਇਸ ਤੋਂ ਬਾਅਦ ਅਸੀਂ ਕੌਮ ਨੂੰ ਕਿਹੜੀ ਸੇਧ ਦੇਣੀ ਹੈ। ਓਕੇ, ਸੋ ਹੁਣ ਇਸ ਚੀਜ਼ ਨੂੰ ਮੈਂ ਜੀ ਜਿਹੜੀ ਜਿਊਇਸ਼ ਕੌਮ ਹੈ ਉਹਦੇ ਨਾਲ ਜੋੜ ਕੇ ਜਦੋਂ ਦੇਖਦਾ, ਉਹਨਾਂ ਦੇ ਵਿੱਚ ਇੰਨੀ ਅੱਤ ਦੀ ਕੀਤੀ ਸੀ ਔਰ ਉਹਨਾਂ ਦੇ ਮਿਲੀਅਨਸ ਲੋਕ ਮਾਰੇ ਗਏ, ਠੀਕ ਹੈ ਜੀ। ਲੇਕਿਨ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਜਿਹੜਾ ਸਾਰਿਆਂ ਨੂੰ, ਸਾਨੂੰ ਜਿਹੜੇ ਫਿਜ਼ੀਸ਼ੀਅਨ ਲੋਕ ਪਤਾ, ਉਹਨਾਂ ਨੂੰ ਪਤਾ ਹੀ ਹੈ ਕਿ ਉਹਨਾਂ ਦੇ ਜਦੋਂ ਕਲੋਜ਼ ਰਿਲੇਸ਼ਨਸ਼ਿਪ ਹੋਣ ਦੇ ਕਰਕੇ ਜਿਹੜਾ ਵਿਆਹ ਜਿਹੜਾ ਬਿਲਕੁਲ ਨੇੜੇ ਦੇ ਰਿਸ਼ਤੇਦਾਰੀ ਦੇ ਵਿੱਚ ਕਰ ਲੈਂਦੇ ਆ, ਤੇ ਟੇ-ਸੈਕ ਡਿਜ਼ੀਜ਼ ਜਿਹੜਾ ਉਹਨਾਂ ਦੇ ਵਿੱਚ ਅਕਸਰ ਆਮ ਸੀਗਾ, ਹੁਣ ਵੀ ਹੈ, ਲੇਕਿਨ ਹੁਣ ਜਿਹੜਾ ਕਾਉਂਸਲਿੰਗ ਦੇ ਨਾਲ ਉਹ ਜਿਹੜਾ ਹਟ ਗਿਆ, ਕਿਉਂਕਿ ਲੋਕ ਬਾਹਰ ਵਿਆਹ ਉਹਨਾਂ ਦੇ ਵਿੱਚੋਂ ਦੂਰ ਰਿਸ਼ਤੇ ਚ ਕਰਾਉਣ ਲੱਗ ਪਏ। ਸੋ ਦੈਟ ਵਾਸ ਅਨਦਰ ਰੀਜ਼ਨ ਕਿ ਇਸ ਕੌਮ ਦੇ ਵਿੱਚ ਜਿਹੜਾ ਫਿਜ਼ੀਕਲ ਏਲਮੈਂਟ ਸੀ ਉਹ ਵੀ ਜਿਹੜੀ ਇਹਨਾਂ ਦੇ ਵਿੱਚ ਹੈਗੀ ਸੀਗੀ ਪਹਿਲਾਂ ਤੋਂ, ਠੀਕ ਹੈ ਜੀ। ਲੇਕਿਨ ਬਾਵਜੂਦ ਉਸ ਦੇ ਵੀ ਜਦੋਂ ਇਹਨਾਂ ਲੋਕਾਂ ਦੇ ਉੱਪਰ ਜਿਹੜਾ ਘੱਲੂਕਾਰਾ ਹੁੰਦਾ ਹੈ, ਮਰਦੇ ਲੋਕ, ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ, ਕਿਸ ਤਰ੍ਹਾਂ ਖੜੇ ਹੋਏ, ਠੀਕ ਹੈ ਜੀ। ਹੁਣ ਉਹ ਇਤਿਹਾਸ ਹੀ ਇਹਨਾਂ ਦਾ ਦੇਖੋ, ਇਹਨਾਂ ਲੋਕਾਂ ਨੇ ਸਿਰਫ ਇੱਕੋ ਹੀ ਗੱਲ ਕੀਤੀ ਸੀਗੀ ਕਿ ਆਪਣੇ ਕੌਮ ਨੂੰ ਅਸੀਂ ਐਜੂਕੇਟ ਕਰਨਾ। ਹੁਣ ਕੌਮ ਨੂੰ ਐਜੂਕੇਟ ਕਰਨ ਦੇ ਵਾਸਤੇ ਇਹ ਜ਼ਰੂਰੀ ਸੀਗਾ ਕਿ ਜਿਹੜੇ ਸਿਆਣੇ ਲੋਕ, ਬਜ਼ੁਰਗ ਲੋਕ ਹੈ, ਉਹ ਘਰਾਂ ਦੇ ਵਿੱਚ ਬੈਠ ਕੇ ਸੋਚਣ ਇਹਦੇ ਬਾਰੇ ਚ, ਫਿਊਚਰ ਦੇ ਬਾਰੇ ਗੱਲਾਂ ਕਰਨ। ਉਹਨਾਂ ਨੇ ਫਿਰ ਇੱਕ ਫੈਸਲਾ ਕੀਤਾ ਕਿ ਰੋਟੀ ਕਮਾਉਣ ਦੇ ਵਾਸਤੇ ਬੇਸ਼ੱਕ ਇਸਤਰੀਆਂ ਨੂੰ ਤੇ ਬੱਚਿਆਂ ਨੂੰ ਬਾਹਰ ਕੰਮ ਕਰਨ ਜਾਣਾ ਪਵੇ, ਲੇਕਿਨ ਜਿਹੜੇ ਬਜ਼ੁਰਗ ਹੈ, ਜਿਹੜੇ ਸੋਚ ਸਕਦੇ ਆ ਫॉर द ਫਿਊਚਰ, ਉਹਨਾਂ ਨੂੰ ਫੁੱਲ ਫ੍ਰੀ ਟਾਈਮ ਦੇਣਾ ਚਾਹੀਦਾ। ਉਹ ਘਰ ਦੇ ਵਿੱਚ ਬੈਠ ਕੇ ਬੇਸ਼ੱਕ ਸੋਚੀ, ਲੇਕਿਨ ਸਾਡੇ ਚ ਕਿਧਰੇ ਨਹੀਂ ਹੋਇਆ ਇਸ ਤਰ੍ਹਾਂ ਦਾ, ਠੀਕ ਹੈ ਜੀ। ਇਸੇ ਕਰਕੇ ਉਹਨਾਂ ਲੋਕਾਂ ਨੇ ਦੋ ਚੀਜ਼ਾਂ ਫਿਰ ਕੀਤੀਆਂ, ਇੱਕ ਐਜੂਕੇਸ਼ਨ ਤੇ ਇੱਕ ਆਪਣੀ ਲੈਂਗੁਏਜ। ਉਹਨਾਂ ਦਾ ਤੁਸੀਂ ਬੱਚਾ ਦੇਖੋ ਹੀਬਰੂ ਬੋਲਦਾ, ਤੇ ਇਹ ਦੇਖ ਲਓ ਕਿ ਅਮਰੀਕਾ ਵਰਗੇ ਦੇਸ਼ ਦਾ ਜਿਹੜਾ ਵਾਈਟ ਹਾਊਸ ਹੈ, ਉਹਨੂੰ ਚਲਾਉਣੇ ਵਾਲੀ ਜੂਸ਼ ਕੌਮ ਹੈ ਇਸ ਵੇਲੇ। ਕਿਤੇ ਜੱਜ ਦੇਖ ਲਓ ਕਿਧਰੇ, ਮਤਲਬ ਇਹ ਚੀਜ਼ਾਂ ਕੋਈ ਬਹੁਤੇ ਜ਼ਿਆਦਾ ਇਹਨੂੰ ਕਿਉਂ ਗੱਲ ਕਰਨ ਦੀ ਜ਼ਰੂਰਤ ਨਹੀਂ, ਸਾਡੇ ਸਾਹਮਣੇ ਹੈ, ਸਾਰਿਆਂ ਨੂੰ ਪਤਾ ਹੈ। ਲੇਕਿਨ ਸਾਡੇ ਕੋਲੇ ਜਿਸ ਵੇਲੇ ਕੋਈ ਵੀ ਘੱਲੂਘਾਰਾ ਹੋਇਆ, ਉਸ ਤੋਂ ਬਾਅਦ ਅਸੀਂ ਥੋੜੀ ਦੇਰ ਸ਼ਾਂਤ ਹੋਏ, ਆਪਣੇ ਜ਼ਖਮਾਂ ਨੂੰ ਧੋਂਦੇ ਰਹੇ। ਜਦੋਂ ਠੀਕ ਹੋਏ, ਲੜਨੇ ਵਾਲਾ ਕੋਈ ਨਹੀਂ ਲੱਭਿਆ ਤੇ ਅਸੀਂ ਆਪਸ ਵਿੱਚ ਲੜ ਪਏ, ਜਿਸ ਤਰ੍ਹਾਂ ਕਵਿਤਾ ਦੇ ਵਿੱਚ ਵੀ ਕਿਹਾ ਗਿਆ ਸੀਗਾ, ਆਪਸ ਦੇ ਵਿੱਚ ਲੜਨ ਲੱਗ ਪਏ। ਜੇ ਆਪਸ ਦੇ ਵਿੱਚ ਜਿਸ ਵੇਲੇ ਫੇਰ ਕੋਈ ਬਾਹਰੋਂ ਭਾਰੀ ਆਈ, ਫੇਰ ਅਸੀਂ ਇਕੱਠੇ ਹੋਏ, ਜਿਸ ਤਰ੍ਹਾਂ ਮਿਸਲਾਂ ਦਾ ਇਤਿਹਾਸ ਹੈ, ਤੇ ਰਲ ਪੰਥ ਬਚਾਓ ਵਾਲੀ ਗੱਲ। ਜਿਸ ਪਹਿਲਾਂ ਆਪ ਲੜੀ ਜਾਣਾ, ਜਿਸ ਵੇਲੇ ਬਾਹਰੋਂ ਕੋਈ ਵੱਡਾ ਹਮਲਾਵਰ ਪੈ ਗਿਆ, ਉਸ ਵੇਲੇ ਇਕੱਠੇ ਹੋ ਕੇ ਲੜ ਪਏ। ਸੋ ਸਵਾਏ ਲੜਨ ਤੋਂ, ਸਵਾਏ ਮਾਰਸ਼ੈਲਿਟੀ ਤੋਂ ਅਸੀਂ ਕੁਛ ਵੀ ਨਾ ਆਪ ਸਿੱਖਿਆ ਜੀ, ਨਾ ਅਸੀਂ ਆਪਣੇ ਬੱਚਿਆਂ ਨੂੰ ਸਿਖਾਇਆ। ਜਿਸ ਦਿਨ ਅਸੀਂ ਪੜ੍ਹਨ ਲੱਗੇ ਥੋੜਾ ਬਹੁਤਾ ਬਾਹਰ ਨਿਕਲ ਕੇ, ਉਸ ਦਿਨ ਸਿਰਫ ਅਸੀਂ ਆਪਣੇ ਆਪ ਦੇ ਬਾਰੇ ਸੋਚਿਆ ਕਿ ਮੈਂ ਪੜ੍ਹਨਾ, ਆਪਣੇ ਬੱਚਿਆਂ ਨੂੰ ਪੜ੍ਹਾਉਣਾ, ਇੱਕੋ ਹੀ ਰੀਜ਼ਨ ਕਿ ਅਸੀਂ ਅਮੀਰ ਬਣਨਾ, ਅਸੀਂ 4 ਪੈਸੇ ਕਮਾਉਣੇ ਆ। ਕੌਮ ਦਾ ਕਿਸੇ ਨੇ ਨਹੀਂ ਸੋਚਿਆ ਉਸ ਵੇਲੇ। ਸੋ ਹੁਣ ਮੈਂ ਇਹ ਕਹਿੰਦਾ ਕਿ 84 ਤੋਂ ਬਾਅਦ ਪਹਿਲੇ 25 ਸਾਲਾਂ ਦੇ ਵਿੱਚ ਉਹ ਕੁਝ ਹੋ ਜਾਣਾ ਚਾਹੀਦਾ ਸੀ ਜਿਹੜਾ ਅਸੀਂ ਅੱਜ ਸੋਚਦੇ ਹਾਂ, ਕਿਉਂਕਿ 25 ਸਾਲ ਦੀ ਤਾਂ ਜੀ ਇੱਕ ਜਨਰੇਸ਼ਨ ਹੁੰਦੀ ਹੈ ਅੱਜ ਦੇ ਹਿਸਾਬ ਦੇ ਨਾਲ ਵੀ। ਤਾਂ 25 ਸਾਲਾਂ ਦੇ ਵਿੱਚ ਸਾਡੀ ਪੂਰੀ ਦੀ ਪੂਰੀ ਕੌਮ ਐਜੂਕੇਟਡ ਹੋ ਸਕਦੀ ਸੀ, ਲੇਕਿਨ ਸਾਡੇ ਨਾ ਧਿਆਨ ਦੇਣ ਕਰਕੇ ਕੀ ਹੋਇਆ ਕਿ ਹਿੰਦੁਸਤਾਨ, ਪੰਜਾਬ ਦੀਆਂ ਜਿਹੜੀਆਂ ਖਬਰਾਂ ਸੁਣਾ ਰਹੇ ਕਿ 70% ਦੀ ਕੁੜੀਆਂ ਮੁੰਡੇ ਨਸ਼ੇ ਖਾਣ ਲੱਗ ਪਏ। ਪਤਾ ਨਹੀਂ ਰਾਈਟ ਸੀਗੇ ਕਿ ਗਲਤ ਸੀਗੇ ਇਹ ਫਿਗਰ ਜਿਹੜੇ ਆ, ਲੇਕਿਨ ਇਹ ਖਬਰਾਂ ਬਾਹਰ ਅਸੀਂ ਪੜ੍ਹਦੇ ਰਹੇ ਕਿ 70% ਬੱਚੇ, 70% ਮੁੰਡੇ ਤੇ 50% ਕੁੜੀਆਂ ਨਸ਼ਿਆਂ ਦੇ ਵਿੱਚ ਲੱਗੀਆਂ ਹੋਈਆਂ। ਔਰ ਇਹ ਦੇਖਦੇ ਵੀ ਆ, ਹਰ ਇੱਕ ਘਰਾਂ ਦੇ ਵਿੱਚ, ਤਕਰੀਬਨ ਹਰ ਇੱਕ ਮੁਹੱਲੇ ਦੇ ਵਿੱਚ 1-2 ਬੱਚੇ ਜਿਹੜੇ ਚੜ੍ਹਾਈ ਕਰ ਗਏ ਆ ਇਹ ਨਸ਼ੇ ਦੇ ਕਰਕੇ, ਠੀਕ ਹੈ ਜੀ। ਤੇ ਚੋਰੀਆਂ ਚਕਾਰੀਆਂ ਤੇ ਅਕਸਰ ਹੋਣੀਆਂ, ਤੇ ਅਕਸਰ ਸੁਣਦੇ ਵੀ ਆ ਤੇ ਦੇਖ ਵੀ ਆਉਂਦੇ ਇੰਡੀਆ ਜਾਣੇ ਜਦੋਂ।
ਇਸ ਇਹ ਜਿਹੜੀਆਂ ਨਾ, ਮੇਰਾ ਕਹਿਣ ਦਾ ਮਕਸਦ ਇਹੀ ਹੈ ਜੀ ਕਿ ਜਿੰਨੀਆਂ ਵੀ ਅਸੀਂ ਗੱਲਾਂ ਕਰਦੇ ਕਿਸੇ ਵੀ ਪੁਆਇੰਟ ਤੇ ਕਰਦੇ ਹਾਂ, ਅਸੀਂ ਉਹਨੂੰ ਜਾਂ ਤਾਂ ਸਿਰਫ ਇੱਕ ਮਰਿਆ ਸੱਪ, ਗੁਰਬਾਣੀ ਦੇ ਵਿੱਚ ਜਿਸ ਤਰ੍ਹਾਂ ਲਿਖਿਆ ਨਾ, ਵਰਮੀ ਮਾਰੀ ਮਰੇ ਸਾਪ ਨਾ ਮਰੇ, ਠੀਕ ਹੈ ਜੀ। ਸੋ ਅਸੀਂ ਜਿਹੜੀ ਖੁੱਡ ਨੂੰ ਉਹਨੂੰ ਕੁੱਟਦੇ ਹਾਂ, ਅਸੀਂ ਇਹ ਨਹੀਂ ਦੇਖਦੇ ਕਿ ਜਿਹੜਾ ਐਕਚੁਅਲ ਕੰਮ ਕਰਨੇ ਵਾਲਾ ਜਿਹੜਾ ਪੁਆਇੰਟ ਹੈ ਉਹਦੇ ਉੱਪਰ ਕੋਈ ਗੱਲ ਕੀਤੀ ਜਾਵੇ ਜਾਂ ਕੁਝ ਉਹਦੇ ਵਾਸਤੇ ਕੀਤਾ ਜਾਵੇ। 84 ਤੋਂ ਬਾਅਦ ਅੱਜ ਤੱਕ ਕੁਝ ਨਹੀਂ ਹੋਇਆ। ਜੇ ਕੋਈ ਹੋਇਆ ਹੋਵੇ ਤੇ ਕੋਈ ਵਿਦਵਾਨ ਜ਼ਰੂਰ ਦੱਸੇ ਮੈਨੂੰ ਦੇ ਬਾਰੇ ਚ। ਤੇ ਹੁਣ ਉਹ ਤੋਂ ਜਾਨੀ ਜੇ ਸਿੱਖ ਕੌਮ ਅਸੀਂ ਕਹਿੰਦੇ ਹਾਂ ਕਿ ਸਿੱਖ ਕੌਮ ਜਗਾ ਦਿੱਤੀ ਫਲਾਣੇ ਬਾਬਾ ਜੀ ਨੇ ਤੇ ਫਲਾਣੇ ਜਥੇਦਾਰ ਨੇ ਜਾਂ ਕਿਸੇ ਵੀ ਆਰਗੇਨਾਈਜੇਸ਼ਨ ਨੇ ਜਗਾ ਦਿੱਤੀ, ਮੈਂ ਕਹਿੰਦਾ ਜੀ ਕਿੱਥੇ ਜਾਗੀ ਹੈ ਭਈਏ। ਸਾਡੇ ਮੂੰਹ ਦੇ ਉੱਪਰ ਧੂਆਂ ਮਾਰਦੇ ਸੇਟਾਂ ਦੇ ਪੰਜਾਬ ਦੇ ਵਿੱਚ, ਤੇ ਨਸ਼ਿਆਂ ਦੇ ਵਿੱਚ ਅਸੀਂ ਲੱਗੇ, ਤੇ ਫਿਰ ਪੜ੍ਹਾਈ ਦੇ ਵਿੱਚ ਇਸ ਵੇਲੇ ਦੇਖ ਲਓ ਕਿੱਥੇ ਸਾਡਾ ਅਸੀਂ ਸਟੈਂਡ ਕਰਦੇ ਹਾਂ। ਜਿਸ ਵੇਲੇ 25 ਸਟੇਟ ਸੀ ਹਿੰਦੁਸਤਾਨ ਦੇ, ਉਸ ਵੇਲੇ ਇੰਡੀਆ ਦੇ ਵਿੱਚੋਂ ਪੰਜਾਬ ਜਿਹੜਾ ਉਹ 3 ਨੰਬਰ ਤੇ ਹੁੰਦਾ ਸੀ, ਟੌਪ ਦੇ 3 ਨੰਬਰ ਤੇ ਹੁੰਦਾ ਸੀ ਪੜ੍ਹਾਈ ਐਜੂਕੇਸ਼ਨ ਦੇ ਵਿੱਚ। ਜਿਸ ਵੇਲੇ 29 ਸਟੇਟਾਂ ਬਣ ਗਈਆਂ ਉਸ ਵੇਲੇ ਪੰਜਾਬ 25ਵੇਂ ਨੰਬਰ ਤੇ ਸੀਗਾ। ਹੁਣ ਮੈਨੂੰ ਪਤਾ ਨਹੀਂ ਇਸ ਵੇਲੇ ਕੀ ਸਿਚੁਏਸ਼ਨ ਹੈ, ਠੀਕ ਹੈ ਜੀ। ਸੋ ਹੁਣ ਜਾਨੀ ਇਹ ਜਿਹੜੀਆਂ ਗੱਲਾਂ, ਇਹਨਾਂ ਦੀ ਗੱਲਾਂ ਕਰਨ ਦੀ ਜ਼ਰੂਰਤ ਹੈ, ਕੋਈ ਜਿਹੜੀ ਮਾਸਟਰ ਪਲਾਨ ਬਣਾ ਕੇ ਇਸ ਤਰ੍ਹਾਂ ਦਾ ਕੁਝ ਸੋਚੀਏ ਮੇਰੇ ਖਿਆਲ ਤੇ। ਠੀਕ ਹੈ, ਥੈਂਕ ਯੂ ਜੀ। ਤੁਹਾਡਾ ਜਿਹੜਾ critical analysis ਆ, it's a must thing and it must happen, which wasn't happen. Lot of people are thinking individually and ਲੇਕਿਨ ਇੱਕ ਸਿਰ ਜੋੜ ਕੇ ਕੌਮ ਨੂੰ ਬੈਠਣ ਦੀ ਲੋੜ ਸੀ, ਉਹ ਕੌਮ ਨਹੀਂ ਬੈਠੀ। ਕੌਮ ਆਪਸੀ ਦਫਾੜ ਧੜਿਆਂ ਦੇ ਵਿੱਚ ਵੰਡੀ ਗਈ, ਟਾਰਗੇਟਲੈਸ ਕੌਮ ਹੋ ਗਈ। ਕੌਮ ਦੇ ਜਿਹੜੇ ਲੀਡਰ ਸੀ ਉਹ ਸੈਲਫਿਸ਼ ਰਹੇ, ਉਹਨਾਂ ਨੇ ਆਪਣੇ ਸਵਾਰਥ ਨੂੰ ਪਾਲਿਆ, ਕਬੀਲੇ ਨੂੰ ਪਾਲਿਆ, ਜਦੋਂ ਕਿ ਜਿਹੜੇ ਕੌਮ ਦੇ ਸਿਰ ਤੇ ਜਿਹੜੀ ਵੰਗਾਰ ਸੀ, ਜਿਹੜੀ ਕੌਮ ਨੂੰ ਚੇਤਾਵਨੀ ਸੀ, ਉਹਨਾਂ ਨੇ ਉਹ ਮੌਕੇ ਦਾ ਤੇ ਸਿੱਖ ਕਮਿਊਨਿਟੀ ਦੇ ਦਰਦ ਦਾ, ਜੋਸ਼ ਦਾ, ਉਹਨਾਂ ਨੇ ਉਹਨੂੰ ਸੰਭਾਲਿਆ ਨਹੀਂ ਉਹ ਮੌਕੇ ਨੂੰ। ਇਹ ਸਾਡਾ ਦੁਖਾਂਤ ਹੈ। ਪਰ ਉਹ ਦੁਖਾਂਤ ਦੇ ਵਿੱਚ ਅਸੀਂ ਇਕੱਲੇ ਕੌਮ ਦੇ ਲੀਡਰ ਹੀ ਨਹੀਂ ਭਾਗੀਦਾਰ, ਉਹਦੇ ਚ ਹਰਮਿੰਦਰ ਸਿੰਘ ਵਰਗੇ ਅਸੀਂ ਆਪ ਵੀ ਐਜ਼ ਇੰਡੀਵਿਜੂਅਲ ਲੀਡਰਸ ਆਰ। ਕੌਣ ਬਣਾਉਂਦਾ ਲੀਡਰ ਨੂੰ ਜਨਤਾ ਬਣਾਉਂਦੀ ਹੈ। ਆਈ ਥਿੰਕ ਸਾਡਾ ਵੀ ਉਹਦੇ ਚ ਅਸੀਂ ਵੀ ਦੋਸ਼ੀ ਹਾਂ, ਅਸੀਂ ਭਾਗੀਦਾਰ ਹਾਂ, ਚਾਹੇ ਸਾਡੀ ਸੇ ਹੈ ਚਾਹੇ ਨਹੀਂ ਹੈ, ਬਟ ਸਾਡੀ ਸੇ ਹੈ ਬਿਕਾਜ਼ ਇੱਕ ਬੂੰਦ ਤੋਂ ਹੀ ਪਾਣੀ ਦਾ ਘੜਾ ਭਰਦਾ। ਆਈ ਥਿੰਕ ਜਿਹੜਾ ਕਤਰਾ ਸਾਡੇ ਤੁਹਾਡਾ ਪੁਆਇੰਟ, ਮੈਂ ਕਿਸੇ ਪੁਆਇੰਟ ਨੂੰ ਰੱਦ ਨਹੀਂ ਕਰਦਾ, ਉਸ ਸਮੇਂ ਦੀ ਲੋੜ ਸੀ, ਅੱਜ ਵੀ ਉਹ ਲੋੜ ਹੈ। ਸਾਡੀ ਕੌਮ ਨੇ ਨਹੀਂ ਕੀਤਾ ਜੋ ਕੁਝ ਕਰਨਾ ਚਾਹੀਦਾ ਸੀ। ਐਡਾ ਵੱਡਾ ਜਾਨੀ ਮਾਲੀ ਭਾਰੀ ਸਾਡਾ ਨੁਕਸਾਨ ਹੋਇਆ, ਉਹ ਤੋਂ ਸਬਕ ਸਿੱਖ ਕੇ ਵੀ could have accomplished a lot, ਪਰ ਉਹ ਚੀਜ਼ਾਂ ਨਹੀਂ ਹੋਈਆਂ ਬਿਕਾਜ਼ ਆਫ ਲੀਡਰਸ਼ਿਪ ਦੀ ਕਮੀ ਸੀ ਤੇ ਲੀਡਰ ਪ੍ਰਚਾਰ ਦੀ ਵੀ ਕਮੀ ਸੀ, ਈਵਨ ਸਿੱਖ ਐਜੂਕੇਸ਼ਨ ਦੀ ਕਮੀ। ਨਸ਼ਿਆਂ ਦੇ ਵਿੱਚ ਐਜੂਕੇਸ਼ਨ ਦਾ ਤੁਸੀਂ ਗੱਲ ਕੀਤੀ ਹੈ, ਦੇਖੋ ਇੰਪਲੋਇਮੈਂਟ ਓਪਰਚੁਨਿਟੀਜ਼ ਲੋਕੀ ਕਿੰਨੀਆਂ ਕ੍ਰੀਏਟ ਕਰਦੇ ਸੀ। ਇਸ ਵੇਲੇ ਦਾ ਸਾਡੇ ਜਿਹੜੇ ਨਾ, ਮੈਨੂੰ ਤਾਂ ਲੱਗਦਾ ਵੀ ਸਾਡੇ ਸਰੂਪ ਨੂੰ, ਸਾਡੇ ਸਿਧਾਂਤਾਂ ਨੂੰ, ਸਾਡੇ ਜਿਹੜੇ ਨੇ ਵਿਲੱਖਣਤਾ ਨੂੰ, ਉਹ ਤਾਂ ਭਾਈ ਸਾਨੂੰ ਤਾਂ 4 ਸਫੇਰਿਆਂ ਤੋਂ ਬੁੱਲੇ ਆ ਰਹੇ ਨੇ ਬੜੇ ਵੱਡੇ। ਪਰ ਨਿਰਾਸ਼ ਹੋਣ ਦੀ ਲੋੜ ਨਹੀਂ। ਆਰਗੇਨਾਈਜੇਸ਼ਨ ਦਾ ਲੁਧਿਆਣੇ ਹੈ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਸਟੱਡੀ ਸਰਕਲ, ਚੰਡੀਗੜ੍ਹ ਇੱਕ ਆਰਗੇਨਾਈਜੇਸ਼ਨ ਨੇ, ਅੰਮ੍ਰਿਤਸਰ ਵਾਲੇ ਪਾਸੇ ਨੇ, ਅਲੱਗ-ਅਲੱਗ ਤੌਰ ਤੇ ਯਤਨ ਹੋ ਰਹੇ ਨੇ, ਯਤਨਸ਼ੀਲ ਨੇ ਲੋਕੀ। ਪਰ ਉਹ ਯਤਨਸ਼ੀਲ ਇੰਨਾ ਨਹੀਂ ਜਿਵੇਂ ਗੁਰੂ ਮਹਾਰਾਜ, ਜਿਵੇਂ ਰਹਿਤ ਮਰਿਆਦਾ ਵੀ ਕਹਿੰਦੀ, ਜਿਹੜੀ ਪੰਥਕ ਜਿਵੇਂ ਜਥੇਬੰਦੀ ਬਣਾਈ ਸੀ, ਤਾਂ ਕਿ ਜੇ ਇੱਕ ਰੂਪ ਹੋ ਕੇ, ਤਾਂ ਕਿ ਮਿਨੀਮਮ ਰਿਸੋਰਸਸ ਦੇ ਨਾਲ ਮੈਕਸਿਮਮ ਬੈਨੀਫਿਟ ਕ੍ਰੀਏਟ ਕੀਤਾ ਜਾ ਸਕੇ। ਇਹ ਜੀ ਸਾਡੀ ਹੈ ਨਹੀਂ। ਬਾਏ ਦਾ ਵੇ, ਇੱਕ ਵਾਰ ਮੈਂ ਡਾਕਟਰ ਨੇਕੀ ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਨੇਕੀ ਸਾਹਿਬ ਜੋ ਇੱਥੇ ਆਏ ਸੀ 2002 ਦੀ ਗੱਲ ਹੈ, ਮੈਂ ਕਿਹਾ ਨੇਕੀ ਸਾਹਿਬ ਤੁਸੀਂ ਧਰਮ ਪ੍ਰਚਾਰ ਕਮੇਟੀ ਦੇ ਸਲਾਹਕਾਰ ਮੈਂਬਰ ਹੋ, ਤੁਸੀਂ ਉੱਥੇ ਜਾ ਕੇ ਕਿੰਨਾ ਕੁਛ SGPC ਕਰੀ ਜਾ ਰਹੀ ਹੈ, ਕਿੰਨਾ ਹੇਰ ਫੇਰ ਉੱਥੇ ਦੁਖਾਂਤ ਵੀ ਆ, ਮਾਇਆ ਇੰਨੀ ਆ, ਭ੍ਰਿਸ਼ਟਾਚਾਰ ਵੀ ਇੰਨਾ ਹੈ, ਤੇ ਮਿਸਮੈਨੇਜਮੈਂਟ ਆਫ ਫੰਡਸ ਵੀ ਆ, ਮਿਸਮੈਨੇਜਮੈਂਟ ਆਫ ਹਿਸਟੋਰੀਕਲ ਸ਼ਰਾਈਨਸ ਵੀ ਆ, ਇੰਨਾ ਕੁਛ ਆ। ਤੁਸੀਂ ਉੱਥੇ ਕੁਛ ਕਹਿੰਦੇ ਮੈਂ ਤਾਂ ਕਹਿਣਾ, ਮੈਂ ਕਿਹਾ ਫਿਰ ਜਦੋਂ ਜੇ ਨਹੀਂ ਮੰਨਦੇ ਤੁਸੀਂ ਰਿਜ਼ਾਈਨ ਕਰ ਦਿਓ। ਕਹਿੰਦੇ ਮੈਨੂੰ ਤਾਂ ਹਰਮਿੰਦਰ ਸਿੰਘ ਤਾਂ ਦੱਸਾਂ ਕਿ ਮੈਨੂੰ ਤਾਂ ਚਿੱਠੀ ਵੀ, ਜਿਵੇਂ ਮੀਟਿੰਗ ਹੋਣੀ ਹੈ ਮੰਗਲਵਾਰ ਨੂੰ, ਚਿੱਠੀ ਮੇਰੇ ਘਰੇ ਆਉਂਦੀ ਬੁੱਧਵਾਰ ਨੂੰ, ਚਿੱਠੀ ਵੀ ਬਾਅਦ ਚ ਪਾਉਂਦੇ ਨੇ। ਤੇ ਕਹਿੰਦੇ ਫਿਰ ਮੈਂ ਕਹਿੰਦਾ ਜੇ ਮੈਂ ਰਿਜ਼ਾਈਨ ਕਰਤਾ, ਰਿਜ਼ਾਈਨ ਕਰਕੇ ਕੀ ਹੋਊਗਾ, ਮੈਂ ਐਟਲੀਸਟ ਜੇ ਮੈਂ ਵਿੱਚ ਰਹਿਣਾ, ਮੈਂ ਉਹਨਾਂ ਦੇ ਕੰਨ ਤਾਂ ਖਿੱਚਦਾ, ਮੈਂ ਉਹਨਾਂ ਨੂੰ ਕਹਿੰਦਾ ਤਾਂ ਹੈ ਅੱਜ ਨਹੀਂ, ਕੱਲ ਨਹੀਂ, ਪਰਸੋਂ ਨਹੀਂ, ਐਟਲੀਸਟ ਇਫ ਆਮ ਨਾਟ ਸਿਟਿੰਗ ਔਨ ਦਾ ਟੇਬਲ ਦੈਨ ਵਾਟ ਵਿਲ ਹੈਪਨ। ਫਿਰ ਤਾਂ ਆਪੋ ਹਾਦਰ ਕੰਮ ਸ਼ੁਰੂ ਹੋ ਜੂ। ਪੁਆਇੰਟ ਤੁਹਾਡੇ ਵੈਲ ਟੇਕਨ ਨੇ। ਆਈ ਡੋਂਟ ਵਾਂਟ ਟੂ ਟੇਕ ਟੂ ਮਚ ਟਾਈਮ। ਆਪਾਂ ਵੀਲ ਕਮ ਬੈਕ ਅਗੇਨ ਇਹਦੇ ਉੱਤੇ।
ਥੈਂਕ ਯੂ ਫॉर ਯੂਰ ਇਨਸਾਈਟ। ਉਹ ਬੜੇ ਇੰਪੋਰਟੈਂਟ ਮੁੱਦੇ ਨੇ ਜਿੱਥੇ ਤੁਹਾਨੂੰ ਜ਼ੋਰ ਦੇਣ ਦੀ ਲੋੜ ਆ। ਨਾਓ ਆਲ ਆਸਕ ਆਪਣੇ ਡਾਕਟਰ ਕੁਲਵਿੰਦਰ ਸਿੰਘ ਜੀ, ਤੁਸੀਂ ਜੀ ਤੁਹਾਡੇ ਵਿਚਾਰ ਦੱਸੋ ਤੁਸੀਂ। ਹਾਂਜੀ, ਮੈਂ ਇਸ ਚੀਜ਼ ਦੀ ਜਿਹੜੀ ਹੈਗੀ ਆ, ਸਭ ਤੋਂ ਪਹਿਲਾਂ ਕਾਰਨਾਂ ਨੂੰ ਹੀ ਡਿਸਕਸ ਕਰਨਾ ਚਾਹਾਂਗਾ ਕਿ ਚੀਜ਼ਾਂ ਹੁੰਦੀਆਂ ਕਿਉਂ ਨੇ। ਇਹ ਵਿਸ਼ਾ ਇੱਕ ਧਰਮ ਦਾ ਨਹੀਂ ਹੈਗਾ। ਅਸੀਂ ਅਗਰ ਗਲੋਬਲ ਲੈਵਲ ਤੇ ਦੇਖੀਏ ਤੇ ਹਰ ਸੈਕਟ ਤੇ ਹਰ ਧਰਮ ਦਾ ਵਿਸ਼ੇ ਦੇ ਵਾਸਤੇ ਪ੍ਰੋਬਲਮ ਹੈਗੀ ਹੈ, some or the other, some way or the other। ਹੁਣ ਉਹਦਾ ਮੈਂ ਜੋ ਜੇ ਇੰਡੀਅਨ ਸਿਸਟਮ ਤੇ ਦੇਖਾਂ, ਮੈਨੂੰ ਲੱਗਦਾ ਵਰਲਡ ਓਵਰ ਹੀ ਉਹ ਸੇਮ ਸਿਸਟਮ ਮੋਸਟਲੀ ਐਪਲੀਕੇਬਲ ਹੈਗਾ ਹੈ ਕਿ ਦੇਖੋ ਅਸੀਂ ਇੱਕ ਡੈਮੋਕ੍ਰੈਟਿਕ ਸਿਸਟਮ ਚ ਰਹਿੰਦੇ ਹਾਂ। ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਜੋ ਪ੍ਰੋਸੈਸ ਹੈਗੀ ਹੈ, ਪੋਲੀਟੀਕਲ ਪ੍ਰੋਸੈਸ, ਦੈਟ ਇਜ਼ ਬੇਸਡ ਔਨ ਇਲੈਕਸ਼ਨ, ਮੈਜੋਰਿਟੀ ਰੂਲ। ਜਿਹਨੂੰ ਜ਼ਿਆਦਾ ਵੋਟਾਂ ਪੈ ਗਈਆਂ ਉਹ ਕਿੰਗ ਹੈ। ਹੁਣ ਜਿਹੜਾ ਧਰਮ ਹੈ, ਧਰਮ ਕਦੇ ਵੀ ਇਲੈਕਸ਼ਨ ਤੇ ਨੋ ਡਾਊਟ ਸੰਗਤ ਨੂੰ ਮਾਨ ਦਿੰਦਾ ਹੈ, ਲੇਕਿਨ ਧਰਮ ਦੇ ਵਿੱਚ ਪ੍ਰਮੁੱਖ ਅੰਗ ਜਿਹੜਾ ਉਹ ਗਿਣਤੀ ਨਹੀਂ ਹੈਗਾ, ਨੰਬਰ ਦੀ ਗੇਮ ਨਹੀਂ ਹੈਗੀ। ਧਰਮ ਜਿਹੜਾ ਵੈ ਉਹ ਕੁਆਲਿਟੀ ਦੀ ਗੇਮ ਹੈਗੀ ਹੈ, ਸਟੈਂਡਰਡ ਦੀ ਗੇਮ ਹੈ। ਉਹਦੇ ਵਿੱਚ ਉਹ ਜਿਹੜੀ ਕੁਆਲਿਟੇਟਿਵ ਚੀਜ਼ ਨਹੀਂ ਹੈਗੀ ਧਰਮ। ਹੁਣ ਜਦੋਂ ਵੀ ਫਰੈਂਕਲੀ ਸੇਇੰਗ, ਭਾਵੇਂ ਸਦੀਆਂ ਪਹਿਲਾਂ ਦੇਖ ਲਓ, ਗੱਲ ਅੱਜ ਦੀ ਇਕੱਲੀ ਨਹੀਂ ਹੈਗੀ, ਜਦੋਂ ਵੀ ਕਦੇ ਕਿਸੇ ਵੀ ਧਰਮ ਦੀ ਹਿਸਟਰੀ ਤੁਸੀਂ ਦੇਖ ਲਓ, ਜਿਹੜੇ ਵੀ ਧਰਮ ਦੇ ਪ੍ਰੋਫਿਟ ਹੋਏ ਆ ਉਹਨਾਂ ਨੇ ਸਮੇਂ ਦੀਆਂ ਫੋਰਸਿਸ ਦਾ ਲੜਨਾ ਪਿਆ ਨਾ। ਐਂਡ ਦਿਸ ਥਿੰਗ ਕੈਨ ਨੈਵਰ ਐਂਡ, ਜਦ ਤੱਕ ਕਿ ਧਰਮ ਦੀ ਸੋਵਰੇਨਿਟੀ ਤੇ ਧਰਮ ਆਪ ਹੀ ਸੱਤਾ ਦੇ ਕਾਬਜ਼ ਨਹੀਂ ਹੁੰਦਾ, ਤਦ ਤੱਕ ਇਹ ਚੀਜ਼ ਰਹਿੰਦੀ ਰਹਿਣੀ ਹੈ। ਕਿਉਂ? ਮੇਨ ਸਵਾਲ ਹੈਗਾ ਕਿ ਸਟੇਟ ਕਹਿੰਦੀ ਹੈ ਕਿ ਮੈਂ ਸੁਪਰੀਮ, ਦੇਸ਼ ਦੀ ਆਜ਼ਾਦ ਜਿਹੜੀ ਹੁੰਦੀ ਹੈ ਨਾ ਵੀ ਸੁਪਰੀਮੇਸੀ ਨੂੰ ਕਰਨ ਵਾਸਤੇ ਕਿ ਦੇਸ਼ ਭਗਤੀ ਸਭ ਕੁਝ, ਜਿਹੜਾ ਪੋਲੀਟੀਕਲ ਸਿਸਟਮ ਕਹਿੰਦਾ ਦੇਸ਼ ਸੁਪਰੀਮ ਹੈ, ਲੇਕਿਨ ਜਦ ਧਰਮੀ ਬੰਦਾ ਹੈ ਉਹ ਕਹਿੰਦਾ ਧਰਮ ਤੇ ਰੱਬ ਸੁਪਰੀਮ ਹੈ। ਹੁਣ ਜਦ ਤੱਕ ਇਹ ਦੋ ਚੀਜ਼ਾਂ ਆਪਸ ਵਿੱਚ ਮਰਜ ਨਹੀਂ ਹੁੰਦੀਆਂ ਤਦ ਤੱਕ ਇਹ ਕੰਫਲਿਕਟ ਰਹੇਗਾ ਹੀ ਰਹੇਗਾ, ਜਿੱਥੇ ਮਰਜ਼ੀ ਦੇਖ ਲਓ। ਉਸ ਕੰਫਲਿਕਟ ਨੂੰ ਖਤਮ ਕਰਨ ਦੇ ਵਾਸਤੇ ਮੈਨੂੰ ਇਹ ਲੱਗਦਾ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਧਰਮ ਹੈ, ਧਰਮ ਨੂੰ ਜਿਹੜੀ ਆਪਣੀ ਸੋਵਰੇਨਿਟੀ ਤੇ ਉਹਦੇ ਨਾਲ ਨਾਲ ਪੋਲੀਟੀਕਲ ਸਿਸਟਮ ਤੇ ਕਾਬਜ ਹੋਣਾ ਜ਼ਰੂਰੀ ਹੈ। ਉਸ ਤੋਂ ਬਾਅਦ ਇਹ ਚੀਜ਼ਾਂ ਖਤਮ ਹੋ ਸਕਦੀਆਂ। ਤੇ ਬਾਕੀ ਚੀਜ਼ਾਂ ਬਾਰੇ ਕੋਈ ਮੈਂ ਇੰਨਾ ਵਿਚਾਰ ਨਹੀਂ ਕੀਤਾ ਵੀ ਚਲੋ ਜੋ ਇਹ ਵਿਸ਼ੇ ਨੇ ਉਹ ਹਮੇਸ਼ਾ ਹੀ ਸੇਮ ਵਿਸ਼ੇ ਹੁੰਦੇ ਨੇ ਕਿ ਕਿਉਂ ਹੋਏ ਤੇ ਉਹਨਾਂ ਨੂੰ ਸੁਧਾਰਨਾ ਕਿੱਦਾਂ ਸੀ। ਸੁਧਾਰ ਦਾ ਸਿੱਧਾ ਇੱਕ ਪ੍ਰਿੰਸੀਪਲ ਹੈ ਕਿ ਜੇ ਅਸੀਂ ਧਰਮੀ ਰਵਾਂਗੇ, ਸੱਚ ਤੇ ਚੱਲਾਂਗੇ ਤੇ ਜੋ ਜਿਸ ਚੀਜ਼ ਨੂੰ ਵੀ ਅਸੀਂ ਰਿਪਰੈਜ਼ੈਂਟ ਕਰਦੇ ਹਾਂ ਤਰੱਕੀ ਕਰੇਗੀ, ਤੇ ਜੇ ਅਸੀਂ ਸੱਚ ਨੂੰ ਤੇ ਧਰਮ ਨੂੰ ਛੱਡ ਜਾਵਾਂਗੇ, ਉਸ ਤੋਂ ਕਮਜ਼ੋਰ ਪੈ ਜਾਵਾਂਗੇ ਤੇ ਸਾਨੂੰ ਖੁਆਰ ਹੋਣਾ ਪਏਗਾ। ਦੈਟਸ ਆਲ। ਥੈਂਕ ਯੂ ਜੀ, ਥੈਂਕ ਯੂ ਫॉर ਤੁਹਾਡੇ ਜਿਹੜੇ ਵਿਊਜ਼ ਨੇ ਉਹਦੇ ਵਿੱਚ। ਦੇਖੋ ਸਾਡਾ ਤਾਂ ਇਹ ਤਾਂ ਸ਼ੁਰੂ ਦੇ ਵਿੱਚ ਹੀ ਦੇਖੋ ਤੁਸੀਂ ਗੁਰੂ ਨਾਨਕ ਦੇ ਬਾਬੇ ਤੇ ਬਾਬਰ ਕੇ ਦੋਨੋਂ ਹੀ ਚੱਲੇ ਆਏ ਨੇ। ਕਿਉਂ? ਕਿਉਂਕਿ ਜਿਹੜੀਆਂ ਸਮੇਂ ਦੀਆਂ ਹਕੂਮਤਾਂ ਹੁੰਦਾ ਉਹਨਾਂ ਦੇ ਅਲੱਗ ਮੋਟਿਵਸ ਹੁੰਦੇ ਨੇ, ਉਹਨਾਂ ਦੇ ਮੋਟਿਵ ਨਾਲੇ ਜਿਹੜੀ ਖਾਸ ਕਰਕੇ ਜਿਹੜੀ ਤੁਸੀਂ ਗੱਲ ਕੀਤੀ ਆ, ਸੱਚਾ ਸੁੱਚਾ ਇਮਾਨਦਾਰ ਰੱਬ ਦੇ ਆਸ਼ਿਕ ਹੋਣ ਵਾਲਾ ਜੀਵਨ ਜੀਣ ਵਾਲਾ ਸਿੱਖ, ਉਹ ਕਿੱਥੇ ਗੁਲਾਮੀ ਨੂੰ ਮਹਿਸੂਸ ਕਰੂਗਾ? ਉਹ ਗੁਲਾਮੀ ਨਹੀਂ ਸਹਿ ਸਕਦਾ। ਜਦੋਂ ਆਵਾਜ਼ ਉਠਾਉਂਦਾ ਸੱਚ ਦੀ, ਹੱਕ ਦੀ, ਨਿਆਂ ਦੀ, ਇਨਸਾਫ ਦੀ ਆਵਾਜ਼ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ। ਦੂਜੇ ਜਿਹੜੀਆਂ ਸਰਕਾਰਾਂ ਹੁੰਦੀਆਂ, ਚਾਹੇ ਉਹ ਜਿਵੇਂ ਅੱਜ ਹਿੰਦੂ ਗਵਰਨਮੈਂਟ ਆ, ਕੱਲ ਨੂੰ ਕਾਂਗਰਸੀ ਗਵਰਨਮੈਂਟ ਆਵੇ, ਬ੍ਰਾਹਮਣਾਂ ਦੀ ਜਿਹੜੀ ਸੋਚ ਆ, ਉਹ ਜਿਹੜੀ ਨੀਤੀ ਆ, ਉਹ ਹਮੇਸ਼ਾ ਮਾਈਨੋਰਿਟੀਜ਼ ਨੂੰ ਕੁਚਲਣ ਦੀ ਹੁੰਦੀ, ਦਬਾਉਣ ਦੀ ਹੁੰਦੀ। ਕਿਉਂਕਿ ਉਹਨਾਂ ਦਾ ਪਰਪਸ ਕੀ ਆ? ਮੈਜੋਰਿਟੀ ਨੂੰ ਖੁਸ਼ ਕਰਨਾ ਤਾਂ ਕਿ ਉਹਨਾਂ ਨੂੰ ਵੋਟਾਂ ਮਿਲਣ। ਸਾਡੇ ਨਾਲ ਆਈ ਹੋਇਆ, ਸਾਡੇ ਨਾਲ ਲੈਂਗੁਏਜ ਬੇਸਡ ਫਾਰਮੂਲਾ ਬਣਿਆ ਪੰਜਾਬ ਦਾ। ਉਦੋਂ ਸਾਡੇ ਨਾਲ ਜਿਹੜੇ ਸਾਡੇ ਭਾਈ ਜਿਹੜੇ ਕਹਿੰਦੇ ਸੀ ਹਿੰਦੂ ਸਿੱਖ ਭਾਈ, ਉਹਨਾਂ ਨੇ ਪੰਜਾਬੀ ਚ ਕਹਿਣਾ ਨਹੀਂ ਬਈ ਅਸੀਂ ਤਾਂ ਹਿੰਦੀ ਬੋਲਦੇ ਹਾਂ। ਜਦੋਂ ਇਲਾਕਿਆਂ ਦੀ ਵੰਡ ਹੋਣੀ ਸੀ, ਹਾਂਜੀ, ਸਭ ਕੁਛ ਹੋਣਾ ਸੀ। ਇੱਕ ਪਾਸੇ ਪ੍ਰਤਾਪ ਸਿੰਘ ਕੈਰੋਂ ਕਹਿੰਦਾ ਸੀ ਮੈਂ ਉਧਰੋਂ ਜੰਮੂ ਕਸ਼ਮੀਰ ਤੋਂ ਲੈ ਕੇ ਦਿੱਲੀ ਤੱਕ ਪੰਜਾਬ ਲੈਣਾ। ਅਸੀਂ ਵੀ ਐਂਡਡ ਅਪ ਟੇਕਿੰਗ ਅ ਲੈਂਗੁਏਜ ਬੇਸ ਤੇ ਬੜਾ ਥੋੜਾ ਜਿਹਾ। ਈਵਨ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਅਸੀਂ ਲਈਏ ਦੇਖੀਏ, ਉਹਦੇ ਵਿੱਚ ਵੀ ਕੀ ਸੀ? ਇਟ ਵਾਜ਼ ਮੋਰ ਰਾਈਟਸ ਟੂ ਦ ਸਟੇਟਸ। ਇਟ ਵਾਜ਼ਨਟ ਓਨਲੀ ਫॉर ਪੰਜਾਬ, ਇਟ ਵਾਜ਼ ਫॉर ਦ ਗ੍ਰੇਟਰ ਗੁੱਡ ਆਫ ਦ ਇੰਡੀਅਨ ਸੋਸਾਇਟੀ। ਪਰ ਜਿਹੜੀ ਸਾਡੀ ਲੀਡਰਸ਼ਿਪ ਸੀ, ਦੇ ਆਲਸੋ ਫੇਲਡ ਟੂ ਕਨਵੇ ਐਂਡ ਅਟਰੈਕਟ ਅਦਰ ਸਟੇਟਸ ਜਿਹੜੇ ਸੀਗੇ ਸਾਡੇ, ਜਿਹੜੇ ਮੋਰ ਰਾਈਟਸ, ਓਨਲੀ ਰਾਈਟਸ ਜਿਹੜੇ ਪੰਜਾਬ ਦੇ ਵਿੱਚ ਵਰ ਡਿਫਰੈਂਟ। ਫਿਰ ਜਿਹੜਾ ਉਹ ਵਾਟਰ ਰਾਈਟ ਸੀ, ਰਿਪੇਰੀਅਨ ਰਾਈਟ ਸੀ, ਹਾਂਜੀ, ਐਗਰੀਕਲਚਰ ਲੈਂਡ ਜਿਹੜੀਆਂ ਪ੍ਰਾਈਸਿਸ ਦੀ ਫਿਕਸਿੰਗ ਕਰਨ ਵਾਲੀ ਸੀ, ਜਿਹੜੀ ਦੂਜੀ ਸੀ
ਉਹ ਸਾਰੇ ਜਿਹੜੇ ਮੁੱਦੇ ਸੀਗੇ ਉਹ ਬੜੇ ਫੇਅਰ ਸੀ, ਜਸਟ ਸੀ। ਇਕਨੋਮਿਕ ਮੁੱਦੇ ਜਿਹੜੇ ਸੀਗੇ, ਹਾਂਜੀ, ਬਿਜਲੀ ਦਾ, ਪਾਣੀ ਦਾ ਜਿਹੜੇ ਸੀ, ਪਰ ਸਾਡੇ ਨਾਲ ਸ਼ਰੇਆਮ ਧੱਕਾ ਹੋਇਆ, ਕਿਉਂਕਿ ਸਰਕਾਰਾਂ ਦੀਆਂ ਹਮੇਸ਼ਾ ਨੀਤੀਆਂ ਹੁੰਦੀਆਂ ਨੇ ਵੀ ਅਸੀਂ ਮੈਜੋਰਿਟੀ ਨੂੰ ਖੁਸ਼ ਰੱਖੀਏ, ਮਾਈਨੋਰਿਟੀ ਨੂੰ ਖੁਸ਼ ਨਾ ਰੱਖੀਏ। ਤੇ ਸਿੱਖ ਤਾਂ ਵੈਸੇ ਹੀ 2% ਸੀ, ਫਿਰ ਸਾਨੂੰ ਉਹ ਚਾਹੇ ਸਾਨੂੰ ਉਹ ਨੌਕਰੀਆਂ 'ਚ ਅੰਗਰੇਜ਼ਾਂ ਵੇਲੇ 20% ਸੀ, 2% ਕਰਤੇ, ਸਪੋਰਟਸ 'ਚ ਵੀ 2% ਕਰਤੇ, ਫੌਜ 'ਚ ਵੀ 2% ਕਰ ਸਕਦੇ। ਦਿਸ ਇਜ਼ ਨਾਟ ਦਾ ਵੇ ਟੂ ਰਨ ਦ ਗਵਰਨਮੈਂਟ। ਬਟ ਅਗੇਨ, ਪਰ ਸਰਕਾਰ ਦੀ ਪਾਲਿਸੀ ਹੋਰ ਸੀ। ਉਹ ਜਿਹੜੀ ਸੋਚ ਸੀ ਨਾ ਜੀ, ਉਹ ਸੋਚ ਨੂੰ ਜਿਹੜੀ ਸਿੱਖ ਲੀਡਰਸ਼ਿਪ ਆ ਉਹ ਵੀ ਨਹੀਂ ਸਮਝ ਸਕੀ, ਉਹ ਇਹਨਾਂ ਤੇ ਡਿਪੈਂਡੈਂਟ ਹੋ ਗਈ। ਤੇ ਡਿਪੈਂਡੈਂਟ ਹੋਣ ਨਾਲ ਕੀ ਆ, ਤੇ ਜਿਹੜੇ ਹਾਲਾਤ ਨੇ ਉਹ ਸਾਡੇ ਸਾਹਮਣੇ ਨੇ। ਪਰ ਸਾਨੂੰ ਵਾਕਿਆ ਹੀ ਸਬਕ ਸਿੱਖਣ ਦੀ ਲੋੜ ਹੈ, ਕਿਉਂਕਿ ਜਿੰਨਾ ਚਿਰ ਰਾਜਸੀ ਤਾਕਤਾਂ ਤੇ ਧਾਰਮਿਕ ਤਾਕਤਾਂ ਜਿਹੜੀਆਂ ਉਹਨਾਂ ਨਾਲ ਜੁੜੀਆਂ ਹੁੰਦੀਆਂ ਨੇ, ਅੱਜ ਵੀ ਤੁਸੀਂ ਦੇਖੋ ਜਿਹੜੀ ਹਕੂਮਤ ਦੇ ਨਾਲ ਜਿਹੜੀਆਂ ਧਾਰਮਿਕ ਤਾਕਤਾਂ ਜੁੜੀਆਂ ਹੋਈਆਂ ਨੇ, ਉਹ ਵੀ ਆਪਦਾ ਹੀ ਡੰਡਾ ਵਜਾਉਂਦੀਆਂ ਨੇ, ਉਹ ਵੀ ਆਪਦਾ ਹੀ ਬੋਲਬਾਲਾ ਕਰਦੀਆਂ ਨੇ ਆਪਸ ਵਿੱਚ ਹੀ ਮਿਲ ਕੇ, ਕਿਉਂਕਿ ਇੱਕ ਦੂਜੇ ਦੀ ਸ਼ਹਿ ਤੇ ਇੱਕ ਦੂਜੇ ਦੀ ਸਪੋਰਟ ਦੇ ਨਾਲ ਉਹ ਕੰਮ ਹੋ ਰਹੇ ਨੇ। ਪਰ ਸਾਨੂੰ ਵਿਜੀਲੈਂਟ ਹੋਣ ਦੀ ਲੋੜ ਹੈ, ਸਾਨੂੰ ਆਪਣਾ ਜੀਵਨ ਸੁਧਾਰਨ ਦੀ ਲੋੜ ਹੈ, ਸਾਨੂੰ ਆਪਦੇ ਬੱਚਿਆਂ ਨੂੰ ਸੰਭਾਲਣ ਦੀ ਲੋੜ ਹੈ। ਇੱਥੋਂ ਤੱਕ ਮੈਂ ਤਾਂ ਕਹਾਂਗਾ, ਜਿਹੜੇ ਸਾਡੇ ਕੌਮ ਦੇ ਜਿਨ੍ਹਾਂ ਨੇ 84 ਦੇ ਦੌਰਾਨ ਜਾਂ ਉਸ ਤੋਂ ਬਾਅਦ ਇੰਨੇ ਵੱਡੇ ਜਿਹੜੇ ਉਹਨਾਂ ਦੇ ਗੌਰਮੈਂਟ ਦੇ ਪਲਾਨ ਸੀ, ਇਹਨਾਂ ਯੂਥ ਦਾ ਸਤਿਆਨਾਸ਼ ਕੀਤਾ ਜਿਹੜਾ ਕੀਤਾ ਉਹਨਾਂ ਨੇ, ਦੇਖੋ ਉਹਨਾਂ ਨੂੰ ਖਰਾਬ ਕਰਨ ਦਾ, ਉਹਨਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਸੰਭਾਲਣ ਦੀ ਵੀ ਜ਼ਿੰਮੇਵਾਰੀ ਭਾਈ ਸਾਡੀ ਕੌਮ ਦੀ ਹੈ। ਅਸੀਂ ਕੌਮ ਦੇ, ਸਾਡੇ ਲੀਡਰਾਂ ਨੇ, ਅਸੀਂ ਕੁਛ ਨਹੀਂ ਕੀਤਾ। ਉਹ ਤਾਂ ਆਪਦੀਆਂ ਜਾਨਾਂ ਪੰਥ ਦੇ ਲੇਖੇ ਲਾ ਗਏ, ਪਰ ਅਸੀਂ ਉਹਨਾਂ ਦੇ ਜਿਹੜੇ ਅਸੀਂ ਉਹਨਾਂ ਨੂੰ ਸੰਭਾਲਿਆ ਨਹੀਂ। ਇਹ ਸਾਡਾ ਦੁਖਾਂਤ ਹੈ। ਦਿਸ ਇਜ਼ ਅਨਦਰ ਵੈਰੀ ਇੰਪੋਰਟੈਂਟ ਵੀ ਪੁਆਇੰਟ ਜਿਹੜਾ ਹੈ ਸਾਡਾ, ਇਹ ਜਿਹੜਾ ਰੱਖਣਾ ਚਾਹੀਦਾ ਸਾਨੂੰ, ਸਾਡੀ ਕੌਮ ਨੇ ਨਹੀਂ ਕੀਤਾ। ਹਲੇ ਵੀ ਡੁੱਲੇ ਪੇੜਾਂ ਦਾ ਕੋਈ ਨਹੀਂ ਵਿਗੜਿਆ ਵੀਰੋ ਤੇ ਭੈਣੋ ਭਰਾਵੋ। ਉਹ ਸਾਨੂੰ ਉਹਨਾਂ ਨੂੰ ਜਿਹੜੀ ਆ ਇਹ ਸੰਭਾਲਣ ਦੀ ਲੋੜ ਹੈ। ਕੌਮ ਨੂੰ ਐਜੂਕੇਟ ਕਰਨ ਦੀ ਲੋੜ ਹੈ ਬਹੁਤ ਹੀ, ਖਾਸ ਕਰਕੇ ਯੂਥ ਨੂੰ ਇੰਪਲੋਇਮੈਂਟ ਓਪਰਚੁਨਿਟੀਜ਼ ਕ੍ਰੀਏਟ ਕਰਨ ਦੀ ਲੋੜ ਹੈ। ਭਾਈ ਸਾਡੇ ਤਾਂ ਘਰ ਦੇ ਵਿੱਚ ਹੀ ਜਿਹੜੇ ਨੇ, ਉੱਤੇ ਦੇਖੋ ਤੁਸੀਂ ਕਿਵੇਂ ਸਿੱਖਾਂ ਨੂੰ ਇੱਕ ਸਿੱਖੀ ਸਰੂਪ ਦੇ ਵਿੱਚ ਹੀ ਈਸਾਈ ਬਣਾਇਆ ਜਾ ਰਿਹਾ। ਉਹ ਕਹਿੰਦੇ ਤੁਹਾਨੂੰ ਵਾਲ ਕਟਾਉਣ ਦੀ ਵੀ ਲੋੜ ਨਹੀਂ। ਦੇਖੋ ਕਿਸ ਤਰ੍ਹਾਂ ਦੇ ਝਾਂਸੇ ਕ੍ਰੀਏਟ ਕੀਤੇ ਜਾ ਰਹੇ ਨੇ, ਕਿਉਂਕਿ ਸਾਡੇ ਬੱਚਿਆਂ ਦਾ ਸਾਡਾ ਜਿਹੜੀ ਪ੍ਰਾਇਰਟੀ ਨਹੀਂ ਦਿੱਤੀ, ਉਹਨਾਂ ਨੂੰ ਨਹੀਂ ਸੰਭਾਲ ਰਹੇ ਅਸੀਂ। ਤੇ ਨਸ਼ਿਆਂ 'ਚ ਗਲਤਾਨ ਤੁਸੀਂ ਦੇਖੋ, ਇੱਕ ਪਾਸੇ ਤਾਂ ਤੁਸੀਂ ਕਹਿੰਦੇ ਪੰਜਾਬ ਦਾ, ਇੱਕ ਪਾਸੇ ਉਹ ਲੜਕਿਆਂ ਦੇ ਲਈ ਲੜਕੀਆਂ ਨੂੰ ਮਾਰੀ ਜਾ ਰਹੇ, ਨੰਬਰ ਆਊਟ ਆਫ ਪ੍ਰਪੋਰਸ਼ਨ ਹੋ ਗਏ ਨੇ। 1000 ਦੇ ਪਿੱਛੇ 750 ਪੌਣੇ 800 ਲੜਕੀ ਰਹਿ ਗਈ ਆ। ਦੂਜੇ ਪਾਸੇ ਜਿਹੜੇ ਲੜਕੇ ਨੇ ਨਸ਼ਿਆਂ 'ਚ ਪੈ ਕੇ ਉਹ ਵੈਸੇ ਹੀ ਨਿਪੁੰਸਕ ਹੋ ਰਹੇ ਨੇ। ਕਹਿੰਦੇ ਇਨਫਰਟੀਲਿਟੀ ਕਲੀਨਿਕ ਕਾਰਨਰ ਦੇ ਵਿੱਚ, ਪਿੰਡਾਂ ਦੇ ਵਿੱਚ, ਗਲੀ 'ਚ ਲੱਗੇ ਨੇ, ਕਿਉਂਕਿ ਦਵਾਈਆਂ ਖਾ ਕੇ ਲੜਕਿਆਂ ਨੇ ਆਪਣੇ ਆਪ ਨੂੰ ਇਹਨਾਂ ਇੱਕ ਪਾਸੇ ਸਾਡੀਆਂ ਬਰੇਵਰੀ ਦੀਆਂ ਨੇ ਨਿਸ਼ਾਨੀਆਂ, ਦੂਜੇ ਪਾਸੇ ਅਸੀਂ ਤਾਂ ਆਪਣੇ ਆਪ ਨਹੀਂ ਸੰਭਾਲ ਸਕਦੇ। ਦੂਜਿਆਂ ਬਾਰੇ ਕੀ ਕਹਿਣਾ, ਬੜਾ ਦੁਖਾਂਤ ਹੈ। ਬਟ ਸਬਕ ਸਿੱਖਣ ਦੀ ਲੋੜ ਹੈ, ਸੰਭਾਲਣ ਦੀ ਲੋੜ ਹੈ। ਸਾਨੂੰ ਇਸ ਗੱਲ ਦੇ ਉੱਤੇ ਆਪਣੇ ਕਰਨ ਦੀ ਲੋੜ ਹੈ। I'll ask ਡਾਕਟਰ ਵਾਸੂ, ਤੁਹਾਡਾ ਕਵਿਤਾ ਤੋਂ ਬਾਅਦ ਤੁਹਾਡਾ ਕੀ ਵਿਚਾਰ ਹੈ ਇਹਨਾਂ ਇਸ਼ੂਜ਼ ਦੇ ਉੱਤੇ? ਲਿਆ ਜੀ, ਇਹ ਜਿਹੜਾ ਸਾਡਾ ਵਿਰਸਾ ਹੈ, ਉਸ ਵਿਰਸੇ ਨਾਲ ਸਾਨੂੰ ਜੁੜਨ ਦੀ ਲੋੜ ਹੈ। ਸਾਡਾ ਜਿਹੜਾ ਪੰਜਾਬ ਦੇ ਜਿੰਨੇ ਲੋਕ ਨੇ, ਉਹ ਕਿਸ ਤਰ੍ਹਾਂ ਭ੍ਰਿਸ਼ਟਾਚਾਰ ਵਿੱਚ ਗ੍ਰਸਤ ਹੋ ਰਹੇ ਨੇ। ਔਰ ਇਤਨਾ ਭ੍ਰਿਸ਼ਟਾਚਾਰ ਹੈ ਕਿ ਤੁਸੀਂ ਹੁਣ ਦੀ ਜਿਹੜੀ ਸਰਕਾਰ ਬਦਲੀ ਹੈ, 45 ਬੰਦੇ ਗ੍ਰਿਫਤਾਰ ਕਰ ਚੁੱਕੀ ਹੈ ਸਰਕਾਰ, ਆਮ ਸਰਕਾਰ, ਉਹਦੇ 'ਚ ਅਫਸਰ ਨੇ। ਔਰ ਮੈਂ ਹੈਰਾਨ ਹਾਂ ਕਿ ਮੈਨੂੰ ਤਾਂ ਬਹੁਤ ਹੈਰਾਨੀ ਹੁੰਦੀ ਹੈ ਵੀ ਕੋਈ ਵੀ ਬੰਦਾ ਪੰਜਾਬ ਦਾ, ਹੁਣ ਗੁਰੂ ਗ੍ਰੰਥ ਸਾਹਿਬ ਨੂੰ ਸਾਰਾ ਪੰਜਾਬ ਮੱਥਾ ਟੇਕਦਾ, ਪਰ ਗੱਲ ਇੱਕ ਨਹੀਂ ਮੰਨਦਾ ਗੁਰੂ ਗ੍ਰੰਥ ਸਾਹਿਬ ਦੀ। ਯਾਨੀ ਦੇਖੋ, ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਘੁੱਟਾ ਜਾਏ। ਬਈ ਸਲਾਮ ਵੀ ਕਰਤੀ, ਮੱਥਾ ਟੇਕਦਾ, ਤੇ ਗੁਰੂ ਨੂੰ ਕਹਿ ਦੇਣਾ ਬਈ ਜੋ ਤੂੰ ਵਿੱਚ ਲਿਖਿਆ ਮੈਂ ਕੋਈ ਨਹੀਂ ਉਹ ਮੰਨਣਾ। ਗੁਰੂ ਨੂੰ ਮੰਨਦੇ, ਗੁਰੂ ਦੀ ਨਹੀਂ ਮੰਨਦੇ ਹੈ ਜੀ। ਜੇ ਗੁਰੂ ਗ੍ਰੰਥ ਸਾਹਿਬ ਨੂੰ ਪੰਜਾਬ ਮੰਨਦਾ ਹੁੰਦਾ, ਕੋਈ ਨਸ਼ਾ ਨਹੀਂ ਸੀ ਹੋਣਾ ਉੱਥੇ। ਕਿੱਥੇ 554 ਪੰਨਾ ਕੱਢੋ, ਜਿਤ ਪੀਤੇ ਮਤ ਦੂਰ ਹੋਏ, ਭਰ ਪਵੇ ਵਿਚਾਏ, ਆਪਣਾ ਪਰਾਇਆ ਨਾ ਪਛਾਣੇ, ਕਸਮੋ ਧੱਕੇ ਖਾਏ, ਝੂਠਾ ਮਦ ਮੂਲ ਨਾ ਪੀਛੇ, ਜੇ ਕਾ ਪਾਰ ਵਸਾਏ। ਮਤਲਬ ਇਹ ਹੈ ਕਿ ਸਾਡਾ ਗੁਰੂ ਗ੍ਰੰਥ ਸਾਹਿਬ ਸਾਡੇ ਕੋਲੋਂ, ਸਾਡੇ ਮਨ ਚੋਂ ਨਿਕਲ ਗਿਆ। ਅਸੀਂ ਕਰਮਕਾਂਡੀ ਜੇ ਬਣ ਗਏ, ਪਖੰਡੀ ਬਣ ਗਏ। ਅਸੀਂ, ਸਾਡੇ ਬੜੇ
ਜਿਹੜੇ ਸਾਡੇ ਡਰੈਸਿਸ ਨੇ, ਸਾਡੇ ਪਹਿਰਾਵੇ ਜਿਹੜੇ ਨੇ ਪੂਰੇ ਚਮਕਦੇ, ਅਸੀਂ ਚਿੱਟੇ ਕੱਪੜੇ ਪਾਉਂਦੇ ਆ, ਮਗਰ ਸਾਡੇ ਮਨ ਇੰਨੇ ਕਾਲੇ ਨੇ ਕਹਿਣ ਦੀ ਹੱਦ ਨਹੀਂ। ਮਸੰਦ ਜਿਹੜੇ ਸੀ ਨਾ, ਮਸੰਦ ਇਦਾਂ ਦੇ ਹੀ ਸੀਗੇ ਕਿ ਸਿੱਖੀ ਦਾ ਪ੍ਰਚਾਰ ਕਰਦੇ ਸਨ, ਪਰ ਸਿੱਖੀ ਅੰਦਰੋਂ ਨਿਕਲ ਗਈ ਤੇ ਦੌਲਤ ਦੇ ਪਖੰਡੀ ਬਣ ਗਏ, ਦੌਲਤ ਨੂੰ ਇਕੱਠੇ ਕਰਨ ਲੱਗ ਪਏ। ਤੇ ਗੁਰੂ ਸਾਹਿਬ ਨੂੰ ਜਦੋਂ ਪਤਾ ਲੱਗਾ, ਇੱਕ ਨਾਟਕ ਖੇਡਿਆ ਸਿੱਖਾਂ ਨੇ ਗੁਰੂ ਦਰਬਾਰ ਵਿੱਚ, ਗੁਰੂ ਗੋਬਿੰਦ ਸਿੰਘ ਉੱਥੇ ਸਨ। ਉਸ ਨਾਟਕ ਵਿੱਚ ਇਹ ਦਿਖਾਇਆ ਗਿਆ ਕਿ ਕਿਵੇਂ ਮਸੰਦ ਜਿਹੜੇ ਨੇ ਸਿੱਖਾਂ ਨੂੰ ਤੰਗ ਕਰ ਰਹੇ ਨੇ, ਉਹਨਾਂ ਤੋਂ ਦਸਵੰਧ ਕਿਵੇਂ ਉਗਰਾਉਂਦੇ ਨੇ ਔਰ ਤੁਹਾਡੇ ਤੱਕ ਪਹੁੰਚਾਉਂਦੇ ਕੋਈ ਨਹੀਂ। ਉਹ ਗੁਰੂ ਗੋਬਿੰਦ ਸਿੰਘ ਨੂੰ ਨਾਟਕ ਵੇਖ ਕੇ ਪਤਾ ਲੱਗਾ ਕਿ ਮਸੰਦ ਇੰਨੇ ਗਿਰ ਗਏ, ਉਹਨਾਂ ਤੱਤਾ ਤੇਲ ਦੇ ਕੜਾਹੇ ਦੇ ਵਿੱਚ ਪਾ ਕੇ ਉਬਾਲ ਕੇ ਸਾਰੇ ਮਾਰ ਦਿੱਤੇ। ਗੱਲ ਇਹ ਹੈ ਜੀ, ਆਪਾਂ ਗੱਲਾਂ ਬੜੀਆਂ ਕਰਦੇ ਹਾਂ, ਪਰ ਸਿੱਖੀ ਦੇ ਜਿਹੜੇ ਮਸੰਦ ਨੇ ਉਹ ਕਿਸ ਤਰ੍ਹਾਂ ਦੇ ਹੋ ਗਏ। ਉਹਨਾਂ ਦੇ ਕੱਪੜੇ ਵੇਖੋ, ਪਹਿਰਾਵੇ ਵੇਖੋ। ਮੈਂ ਇੱਕ ਵਾਰੀ ਇੰਗਲੈਂਡ 'ਚ ਕਿਹਾ ਇੱਕ ਲੈਕਚਰ ਵਿੱਚ, ਮੈਂ ਕਿਹਾ ਜਿਹੜਾ ਪਖੰਡੀ ਸਿੱਖ ਹੈ ਉਹ ਸਜਣ ਲਈ 10,000 ਰੁਪਇਆ ਚਾਹੀਦਾ। 10,000 ਰੁਪਏ ਨਾਲ ਸਿੱਖ ਬਣ ਜਾਂਦਾ। ਤੁਸੀਂ ਵੱਡਾ ਚੋਲਾ ਲੈ ਆਓ ਤੇ ਸਾਰੇ ਪਹਿਰਾਵਾ ਪਾ ਲਓ, ਕਕਾਰ ਸਜਾ ਲਓ ਤੇ ਵਧੀਆ ਵਧੀਆ ਕੱਪੜੇ ਪਾ ਲਓ, ਸਿੱਖ ਬਣ ਗਿਆ। ਪਰ ਉਹਦੀ ਆਤਮਾ ਨੂੰ ਸਜਣ ਲਈ, ਉਹਦੀ ਆਤਮਾ ਦੀ ਘਾੜਤ ਕਰਨ ਲਈ ਕਿਤਨਾ ਸਮਾਂ ਚਾਹੀਦਾ ਹੈ। ਮੈਂ ਸਮਝਣਾ ਕਿ ਸਿੱਖੀ ਦੇ ਬੋਲ ਬਾਲੇ ਤਾਂ ਹੋ ਸਕਦੇ ਨੇ ਜੇ ਸਿੱਖ ਆਪਣੇ ਆਪ ਨੂੰ ਸਮਝੇ। ਇਹ ਸਿੰਬਲ ਨੇ, ਹੁਣ ਪਗੜੀ ਹੈ, ਇਹ ਸਿੰਬਲ ਹੈ ਬਾਦਸ਼ਾਹ ਦਾ, ਇਹ ਰੂਹ ਦਾ, ਸ਼ਾਹਾਂ ਦੇ ਤਾਜ ਦਾ ਬਾਦਸ਼ਾਹ ਹੈ। ਇਹ ਦਾਨ ਜਿਹੜਾ ਪਗੜੀ ਦਾ ਸਾਨੂੰ ਗੁਰੂ ਗੋਬਿੰਦ ਸਿੰਘ ਨੇ ਦਿੱਤਾ। ਉਹਨਾਂ ਨੇ ਕੇਸ ਦਿੱਤੇ ਔਰ ਪਗੜੀ ਬਣਨ ਦਾ ਰਿਵਾਜ ਜਿਹੜਾ ਹਮੇਸ਼ਾ ਸਾਡੇ ਰਿਹਾ। ਇਹ ਜਿਹੜਾ ਵੇਸ ਹੈ ਸਿੱਖੀ ਦਾ, ਇਹ ਜਿਹੜੀ ਦਸਤਾਰ ਹੈ, ਇਹ ਬਾਗੀਆਂ ਦਾ ਤੇ ਫਕਰਾਂ ਦਾ ਵੇਸ ਹੈ। ਉਹ ਜਿਸ ਨੇ ਪੱਗ ਬੰਨ ਲਈ ਉਹ ਤਾਂ ਬਣ ਗਿਆ ਸਰਦਾਰ। ਤੇ ਅੱਜ ਜਿੰਨੀ ਪਗੜੀ ਬੰਨਣ ਵਾਲੇ ਲੋਕ ਨੇ ਉਹ ਸਾਰੇ ਹੀ ਭ੍ਰਿਸ਼ਟਾਚਾਰ 'ਚ ਫਸੇ ਨੇ। ਮੈਂ ਜਦੋਂ ਕਿਸੇ ਸਿੱਖ ਦੀ ਫੋਟੋ ਵੇਖਦਾ, ਸਿੱਖ ਅਫਸਰ ਦੀ ਪਗੜੀ ਬੰਨੀ ਹੈ ਤੇ ਕੇਸ ਜਿਹੜੇ ਨੇ 15, 20, 25 ਕਰੋੜ ਦੇ ਕੇਸਾਂ 'ਚ ਫਸਿਆ। ਇੱਕ ਹਿੰਦੂ ਵੀਰ ਦੀ ਫੋਟੋ ਆਉਂਦੀ ਹੈ, ਉਹ ਵੀ ਫਸਿਆ ਕੇਸਾਂ ਵਿੱਚ। ਇੱਕ ਸਿੱਖ ਦੀ ਫੋਟੋ ਆਉਂਦੀ, ਉਹ ਵੀ ਫਸਿਆ ਕੇਸਾਂ ਵਿੱਚ। ਤੇ ਨਿਆਰਾਪਨ ਕਿੱਥੇ ਹੈ ਫਿਰ? ਨਿਆਰਾਪਨ ਹੀ ਸਾਡੇ ਸਿੱਖੀ ਦੇ ਬੋਲ ਬਾਲੇ ਦੀ ਨੀਂਹ ਹੈ। ਨਿਆਰਾਪਨ ਜਿਹੜਾ ਉਹ ਨੇਕ ਆਦਤਾਂ ਚੋਂ ਨਿਕਲਦਾ ਹੈ। ਨਿਆਰਾਪਨ ਜਿਹੜਾ ਵਿਸ਼ੇ ਵਿਕਾਰਾਂ ਦੇ ਕੰਟਰੋਲ ਚੋਂ ਨਿਕਲਦਾ ਹੈ। ਨਿਆਰਾਪਨ ਜਿਹੜਾ ਉਹ ਸਾਡੀ ਰਹਿਣੀ ਬਹਿਣੀ ਚੋਂ ਨਿਕਲਦਾ ਹੈ। ਤੋ ਸਾਡਾ ਨਿਆਰਾਪਨ ਗੁੰਮ ਗਿਆ। ਅਸੀਂ ਵੀ ਪਾਪੀ, ਅਸੀਂ ਵੀ ਪਖੰਡੀ, ਦੂਜੇ ਧਰਮਾਂ ਦੇ ਲੋਕ ਵੀ ਪਖੰਡੀ, ਸਾਡੇ ਅਫਸਰ ਵੀ ਭ੍ਰਿਸ਼ਟਾਚਾਰ ਵਿੱਚ, ਦੂਜੇ ਧਰਮਾਂ ਦੇ ਅਫਸਰ ਵੀ ਭ੍ਰਿਸ਼ਟਾਚਾਰ 'ਚ। ਫਿਰ ਬੋਲ ਬਾਲੇ ਕਿਵੇਂ ਹੋਣੇ ਨੇ? ਮੈਂ ਸਮਝਣਾ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਾਗੀ ਹੋ ਚੁੱਕਾ ਹੈ ਪੰਜਾਬ। ਕੋਈ ਸਿੱਖਿਆ ਗੁਰੂ ਗ੍ਰੰਥ ਸਾਹਿਬ ਦੀ ਅਪਣਾਈ ਨਹੀਂ ਜਾ ਰਹੀ। ਸਿਰਫ ਮੱਥਾ ਟੇਕਣ ਲਈ ਗੁਰੂ ਗ੍ਰੰਥ ਸਾਹਿਬ ਕੋ ਕੰਮ ਲਿਆ ਜਾ ਰਿਹਾ ਹੈ। ਔਰ ਆਪ ਗੁਰੂ ਗ੍ਰੰਥ ਸਾਹਿਬ ਦੇ ਪਰਦੇ ਥੱਲੇ ਅਸੀਂ ਆਪਣੇ ਮੋਟਿਵ ਜਿਹੜੇ ਨੇ, ਇੱਕ ਮਟੀਰੀਅਲਿਸਟਿਕ ਮੋਟਿਵ ਜਿਹੜੇ ਪੂਰੇ ਕਰ ਰਹੇ ਹਾਂ। ਆਓ ਆਪਣੇ ਮਹਾਨ ਵਿਰਸੇ ਨੂੰ ਪਛਾਣੀਏ। ਇਹ ਮਹਾਨ ਵਿਰਸਾ ਬਣਾਇਆ ਸੀ ਗੁਰੂ ਨੇ ਸ਼ਹੀਦੀਆਂ ਦੇ ਕੇ, ਚਾਰੇ ਲਾਲ ਵਾਰ ਕੇ ਇਹ ਮਹਾਨ ਵਿਰਸਾ ਬਣਾਇਆ ਸੀ। ਔਰ ਸਿੱਖੀ ਜਿਹੜੀ ਹੈ ਉਹ ਕਿੱਥੇ ਚਲੀ ਗਈ? ਸਿੱਖੀ ਨੂੰ ਰਾਜ ਬਖਸ਼ਿਆ ਸੀ। ਇਨ ਗਰੀਬ ਸਿੱਖਣ ਕੋ ਦਊ ਬਾਦਸ਼ਾਹੀ, ਇਹ ਯਾਦ ਰੱਖੇ ਹਮਰੀ ਗੁਰੂਆਈ। ਇਹ ਚਿੜੀਆਂ ਪੰਜਾਬ ਦੀਆਂ ਜਿਹੜੀਆਂ ਨੇ ਇਹ ਬਦਲ ਗਈਆਂ ਸਨ, ਇਹ ਬਾਜ਼ਾਂ ਦੇ ਗਲ ਪੈ ਗਈਆਂ ਸਨ। ਇਸ ਕਰਕੇ ਇਹ ਸਿੱਖੀ ਨੂੰ ਚਾਹੀਦਾ ਸਾਨੂੰ ਆਪਣੇ ਵਿਰਸੇ ਨੂੰ ਪਛਾਣੀਏ ਔਰ ਮਰਨ ਲਈ ਜਿਹੜਾ ਜੀਵਨ ਮੁਕਤ ਹੋਈਏ। ਪਹਿਲੇ ਤੇ ਆਪਣੇ ਵਿਸ਼ੇ ਵਿਕਾਰਾਂ ਨੂੰ ਮਾਰੀਏ ਨਾ। ਪਹਿਲੇ ਮੈਂ ਤੇ ਕਹਿੰਦਾ ਸਿੱਖ ਦੀ ਪਰਿਭਾਸ਼ਾ ਜਿਹੜੀ ਹੈ, ਸਿੱਖ ਦੀ ਡੈਫੀਨੇਸ਼ਨ ਕੀ ਹੈ, ਉਹੀ ਵਿਚਾਰਨ ਦੀ ਲੋੜ ਹੈ। ਤੋ ਸਿੱਖ ਤੇ ਜਿਹੜਾ ਉਹ ਮਾਰਨ ਨੂੰ ਹਮੇਸ਼ਾ ਤਿਆਰ ਰਹਿੰਦਾ ਹੈ। ਖਾਲਸੇ ਫੌਜ ਬਣਾਈ ਸੀ, ਖਾਲਸਾ ਅਕਾਲ ਪੁਰਖ ਦੀ ਫੌਜ। ਇਹਦੇ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਨੂੰ ਮੰਨਦਾ ਹੀ ਕੋਈ ਨਹੀਂ। ਅੱਜ ਬੁੱਤ ਪੂਜਾ ਦਾ ਬੜਾ ਰਿਵਾਜ ਹੈ। ਆ ਜਿਹੜੇ ਲੀਡਰਾਂ ਦੇ ਧੜੇ ਬਣੇ ਫਿਰਦੇ ਨੇ, ਇਹ ਵੀ ਤਾਂ ਬੁੱਤ ਪੂਜਾ ਹੈ। ਕਿਸੇ ਲੀਡਰ ਦੇ ਮਗਰ ਹੋ ਜਾਣਾ ਤੇ ਆਪਣੀ ਸੋਚ ਨੂੰ ਤਾਲਾ ਲਾ ਲੈਣਾ, ਇਹ ਬੁੱਤ ਪੂਜਾ ਹੈ। ਇਹ ਜਿਤਨੇ ਧੜੇ ਨੇ ਇਹ ਬੁੱਤ ਪੂਜਾ ਹੈ। ਬੁੱਤ ਪੂਜਾ ਨਿਰੀ ਇਹ ਨਹੀਂ ਹੁੰਦੀ
कि पत्थरां नूं तुसीं पूजदे ओही बुत पूजा है। बुत पूजा कि अपनी सोच नूं गुरु तो अलहदा कर लेना और अपनी सोच नूं बंदियां दे हवाले कर देना, अपनी आवाज़ नूं बंद कर देना, अपनी आत्मा नूं गुलाम कर लेना। मैं समझना हाँ कि साडी सोच जिहड़ी है वो धड़ियां च वंडी गई। साडी सोच ते अकाल पुरख दे कोल चाहीदी सी, असीं ते सिद्धा सुनना चाहीदा सी। साडी सोच है कि किवें असीं मकान बनाउणे ने, किवें जमीनां लैणियां ने, किवें होटल बनाउणे ने। क्या है सिख कौम दे जिन्ने नेता ने वो सारियां दे पैलसेस बने हुए ने। मैं हैरान हाँ कि गुरु गोबिंद सिंह ने, मैं कहना ना, मैं बड़ा स्पष्ट हाँ, मैं कहना गुरुआं ने बेईमानी की, गुरुआं ने करप्शन की, गुरुआं ने परिवार पाले, असी क्यों पाल रहे हैं? इस करके ये बड़ा बड़ा मसला है। ये अपनियां प्रवृत्तियां च एक इनकलाब लियाउण दी लोड़ है। सिक्खी विरसे दा सिख इतिहास और बाणी ਇਹਦੇ ਨਾਲ ਜੁੜਨ ਦੀ ਲੋੜ ਹੈ। ਦੈਟ ਇਜ਼ ਆਲ। ਥੈਂਕ ਯੂ ਜੀ, ਬਿਊਟੀਫੁਲੀ ਸੈਡ। ਬਹੁਤ ਲੋੜ ਹੈ। ਹਾਂਜੀ ਵੀਰ ਜੀ, ਕਿਰਪਾਲ ਸਿੰਘ ਜੀ। ਹਾਂਜੀ, ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। I want to take a little different issue over here. ਦੇਖੋ, ਜਿਹੜੀ ਸਿੱਖੀ ਦੀ ਅਸੀਂ ਗੱਲ ਕਰ ਰਹੇ ਹਾਂ, ਅਸੀਂ ਸਾਡੀ 2% ਪਾਪੂਲੇਸ਼ਨ ਹੈ, ਜਾਂ ਅਸੀਂ ਖਾਲਸੇ ਦੀ ਗੱਲ ਕਰ ਰਹੇ ਹਾਂ। ਇਹਦੇ ਚ ਕੋਈ ਸ਼ੱਕ ਨਹੀਂ ਕਿ ਵੀ ਖਾਲਸਾ is the epitome of the Sikh faith। ਪਰ ਜਿਹੜੇ ਨਾਨ ਖਾਲਸਾ ਨੇ, ਉਹ ਵੀ, ਉਹਨਾਂ ਦੀ ਵੀ ਤੇ ਵੈਲਿਊ ਹੈ, ਉਹ ਵੀ ਤੇ ਪਨੀਰੀ ਆ, ਉਹਦੇ ਵਿੱਚੋਂ ਹੀ ਖਾਲਸਾ ਪੈਦਾ ਹੁੰਦਾ। ਕਿੰਨੇ ਕੁ ਬੰਦੇ ਆ ਜਿਹੜੇ ਖਾਲਸੇ ਦੇ ਘਰ ਜੰਮ ਕੇ ਖਾਲਸਿਆਂ ਦੇ ਤੇ ਖਾਲਸੇ ਰਹਿੰਦੇ ਨੇ। ਈਵਨ ਸਾਡੇ ਜਿਹੜੇ ਆ ਕਪੂਰਥਲੇ ਦੇ ਨਵਾਬ ਵਗੈਰਾ ਜਾਂ ਕੀ ਸਾਰੇ ਜਿਹੜੇ ਨੇ, ਉਹਨਾਂ ਕ੍ਰਿਸਚੀਅਨ ਬਣ ਗਏ, ਉਹਨਾਂ ਦੇ ਵੱਡੇ ਵਡੇਰੇ ਨੇ ਕਿੰਨੀਆਂ ਕੁਰਬਾਨੀਆਂ ਸੀਗੀਆਂ। ਸੋ ਜਿਹੜੀ ਸਾਡੀ ਪਨੀਰੀ ਹੈ, ਜੇ ਉਸ ਨੂੰ ਰੈਕਗਨਾਈਜ਼ ਨਹੀਂ ਕਰਾਂਗੇ, ਉਸ ਨੂੰ ਨਹੀਂ ਨਾਲ ਚੱਲਣ ਦੀ ਕੋਸ਼ਿਸ਼ ਕਰਾਂਗੇ, ਸਿਰਫ ਇਹ ਕਹਿ ਕੇ ਸਿਰਫ ਅੰਮ੍ਰਿਤਧਾਰੀ ਹੋਈ ਸਿੱਖ ਹੈ, ਬਾਕੀ ਕੋਈ ਸਿੱਖ ਨਹੀਂ ਹੈ, ਇਹ ਜਿਹੜੀ ਹੈਗੀ ਆ ਸਾਡੇ ਉੱਤੇ ਇੱਕ ਬੜੀ ਇੱਕ ਕਿਸਮ ਦੀ ਸਾਜ਼ਿਸ਼ ਜਿਹੜੀ ਸਾਨੂੰ ਹੈ ਕਿ ਵੀ ਸਾਡੀ ਜਿਹੜੀ ਗਿਣਤੀ ਆ ਉਹਨੂੰ ਵਧਣ ਤੋਂ ਰੋਕ ਰਹੀ ਹੈ, ਸਪਰੈਸ ਕਰ ਰਹੀ ਹੈ। ਜਿਹੜੇ 100 ਬੰਦੇ ਕਲਾਸ ਦੇ ਵਿੱਚ ਹੁੰਦੇ ਨੇ ਬੈਠੇ, ਸਾਰੇ ਹੀ ਜਿਹੜੇ ਨੇ ਉਹ ਜਿਹੜੇ ਨੇ PhD ਨਹੀਂ ਕਰਦੇ। ਬਹੁਤੇ ਬੰਦੇ ਜਿਹੜੇ ਨੇ ਥੱਲੇ ਵੋਕੇਸ਼ਨਲ ਕੰਮਾਂ ਦੇ ਵਿੱਚ ਲੱਗ ਜਾਂਦੇ ਨੇ। ਸਪੋਰਟ ਕਰਨ ਲਈ ਵੀ ਸਾਰੇ ਆਫਿਸਰਸ ਨਹੀਂ ਬਣਦੇ ਹੈ। ਉਹ ਜਿਹੜੇ ਬੰਦੇ ਨਾਨ ਆਫਿਸਰਸ ਨੇ, ਜਿਹੜੇ ਦੂਜੇ ਨੇ, ਉਹਨਾਂ ਦੀ ਜੇ ਅਸੀਂ ਵੈਲਿਊ ਜਿਹੜੀ ਆ ਉਸ ਨੂੰ ਨਹੀਂ ਸਮਝਾਂਗੇ, ਉਹਨਾਂ ਨੂੰ ਨਹੀਂ ਨਾਲ ਲਾਵਾਂਗੇ, ਤੇ ਫਿਰ ਤਾਂ ਸਾਡਾ ਉਹ ਰੋਲ ਹੋ ਗਿਆ। ਅਸੀਂ ਜਿਹੜੇ ਭਾਈ ਲਾਲੋ ਨੇ ਸਾਡੀ ਕੌਮ ਦੇ, ਉਹਨਾਂ ਨੂੰ ਰਿਜੈਕਟ ਕਰਕੇ ਅਸੀਂ ਜਿੰਨੇ ਵੀ ਮਾਲਕ ਭਾਗੋ ਨੇ ਉਹਨਾਂ ਦੇ ਮਗਰ ਲੱਗੇ ਹੋਏ ਆ। ਮਾਲਕ ਭਾਗੋ ਬਣੋ, ਮਾਲਕ ਭਾਗੋ ਬਣੋ, ਉਹਦੇ ਤੇ ਜ਼ੋਰ ਬਣ ਰਿਹਾ। ਇਹਨਾਂ ਦਾ ਮਟੀਰੀਅਲਿਜ਼ਮ ਪ੍ਰਮੋਟ ਹੋ ਰਿਹਾ। ਤੇ ਜਿੰਨੇ ਵੀ, ਜੇ ਤੁਸੀਂ ਸਿੰਘ ਨਾਂ ਦੇ ਬੰਦੇ ਵੀ ਦੇਖ ਲਓ, ਕਿੰਨੇ ਕੁ ਬੰਦੇ ਆ ਜਿਹੜੇ ਸਿੰਘ ਵਾਲੇ ਅੰਮ੍ਰਿਤਧਾਰੀ ਨੇ, ਕਿੰਨੇ ਕੁ ਬੰਦੇ ਨੇ ਜਿਹੜੇ ਅੰਮ੍ਰਿਤ ਛਕਣ ਤੋਂ ਬਾਅਦ ਵੀ ਉਹ ਜਿਹੜੇ ਅੰਮ੍ਰਿਤ ਦੇ ਜਿਹੜੇ ਜਿਵੇਂ ਨੈਸ਼ ਡਾਕਟਰ ਨੇ ਉਹਨੂੰ ਫਾਲੋ ਕਰਦੇ ਨੇ। ਦੇਖੋ, ਜਿੰਨਾ ਚਿਰ ਅਸੀਂ ਆਪਣੀ ਪੀੜੀ ਥੱਲੇ ਆਪ ਨਹੀਂ ਨਾ ਝਾੜੂ ਮਾਰਦੇ, ਅਸੀਂ ਦੂਜਿਆਂ ਨੂੰ ਕੁਝ ਨਹੀਂ ਕਹਿ ਸਕਦੇ। ਚੰਗਾ ਮਾੜਾ ਜਿਹੜਾ ਤੁਹਾਡੀ ਫੈਮਿਲੀ ਦੇ ਵਿੱਚ ਆ, ਇੱਕ ਫੈਮਿਲੀ ਆ, ਉਹਦੇ ਵਿੱਚ ਬੰਦਾ ਇੱਕ ਜਿਹੜਾ ਹੈਗਾ ਐਵਰੇਜ ਇੰਟੈਲੀਜੈਂਸ ਦਾ ਹੈਗਾ, ਇੱਕ ਦੀਆਂ ਸਕਿੱਲਸ ਜਿਹੜੀਆਂ ਨੇ ਉਹ ਹੈਗੀਆਂ ਨੇ ਸਿਰਫ ਲੋਅਰ ਲੈਵਲ ਦੀਆਂ ਨੇ, ਦੂਜੇ ਦੀਆਂ ਜਿਹੜੀਆਂ ਹੈਗੀਆਂ ਨੇ ਹਾਇਰ ਲੈਵਲ ਦੀਆਂ, ਪਰ ਫਿਰ ਵੀ ਭੈਣ ਭਰਾ ਨੇ, ਉਹ ਫਿਰ ਵੀ ਉਹ ਬਰਾਬਰ ਨੇ ਇੱਕ ਦੂਜੇ ਦੇ। ਉਹਨਾਂ ਦਾ ਫਰਜ਼ ਬਣਦਾ ਇੱਕ ਦੂਜੇ ਨੂੰ ਨਾਲ ਲੈ ਕੇ ਚੱਲਣਾ, ਇੱਕ ਦੂਜੇ ਦੀ ਨਾਲ ਮਦਦ ਕਰਨੀ, ਨਾ ਕਿ ਇਹ ਕਿ ਨਹੀਂ ਮੇਰੀ ਕੈਟੇਗਰੀ ਨਹੀਂ, ਮੇਰਾ ਭਾਈ ਨਹੀਂ ਰਿਹਾ ਐਨੀਮੋਰ ਕਿਉਂਕਿ ਇਹਨੇ 10ਵੀਂ ਨਹੀਂ ਪਾਸ ਕੀਤੀ ਹੋਈ, ਜਾਂ ਇਹਦੇ ਕੋਲੇ ਉਹ ਸਕਿੱਲ ਨਹੀਂ, ਉਹਦੇ ਇੰਨੇ ਪੈਸੇ ਨਹੀਂ ਉਹਦੇ ਕੋਲੇ ਜਿੰਨੇ ਮੇਰੇ ਕੋਲੇ ਆ। ਇਹ ਨਹੀਂ ਹੈ ਗੁਰਮਤ। ਗੁਰਮਤ ਜਿਹੜੀ ਭਾਈਚਾਰਾ ਉਹ ਹੈਗਾ ਇੱਕ ਦੂਜੇ ਨਾਲ ਰਲ ਕੇ ਚੱਲਣਾ। ਈਵਨ ਜਿਹੜੀ ਅਕਾਲ ਪੁਰਖ ਦੀ ਫੌਜ ਆ, ਉਹਦੇ ਜਿਹੜਾ ਸਭ ਤੋਂ ਜ਼ਿਆਦਾ ਤੇਜ਼ ਕਰਨ ਵਾਲਾ ਉਹ ਨਹੀਂ ਹੈ ਫੌਜੀ, ਨਾ ਜਿਹੜਾ ਸਭ ਤੋਂ ਪਿੱਛੇ ਰਹਿਣ ਵਾਲਾ। ਸਾਰਿਆਂ ਨੂੰ ਇੱਕ ਦੂਜੇ ਦੇ ਨਾਲ ਰਲਾ ਕੇ ਮਾਰਚ ਕਰਨਾ ਪੈਂਦਾ, ਤਾਂ ਉਹ ਫੌਜ ਜਿਹੜੀ ਹੈ ਕਾਮਯਾਬ ਹੁੰਦੀ ਹੈ। ਇਸੇ ਤਰ੍ਹਾਂ ਸਾਨੂੰ ਕਾਮਯਾਬ ਹੋਣ ਦੇ ਲਈ ਸਾਡੇ ਸਿੱਖ ਜਿਹੜੇ ਨੇ ਉਹਦੀ ਜਿਹੜੀ ਡੈਫੀਨੇਸ਼ਨ ਆ ਉਹਨੂੰ ਸਾਨੂੰ ਦੁਬਾਰਾ ਰਿਵਿਊ ਕਰਨ ਦੀ ਲੋੜ ਹੈ। ਜਿਹੜੀ ਸਾਨੂੰ ਰਲ ਮਿਲ ਕੇ ਚੱਲ ਕੇ ਜਿਹੜਾ ਖਾਲਸਾ ਦਾ ਰੂਪ ਆ ਉੱਥੋਂ ਹੀ ਪ੍ਰਗਟ ਹੋਣਾ, ਉਹਨਾਂ ਵਿੱਚੋਂ ਹੀ ਨਿਕਲਣੇ ਨੇ। ਜਿਵੇਂ ਹੁਣ ਦੇਖੋ ਸਾਹਿਬਜ਼ਾਦੇ ਛੋਟਿਆਂ ਦੀ ਸ਼ਹੀਦੀ ਹੋਈ, ਉਹਨਾਂ ਸੰਸਕਾਰ ਕਰਨ ਵਾਲਾ ਸੀ ਟੋਡਰਮਲ ਅੰਮ੍ਰਿਤਧਾਰੀ ਦਾ ਨਹੀਂ ਸੀਗਾ। ਤੇ ਇਸੇ ਤਰ੍ਹਾਂ ਗੁਰੂ ਸਾਹਿਬ ਨੂੰ ਜਿਹੜੇ ਨਬੀ ਖਾਂ ਗਨੀ ਖਾਂ ਲੈ ਕੇ ਜਾਂਦੇ ਉਹ ਕੋਈ ਅੰਮ੍ਰਿਤਧਾਰੀ ਥੋੜਾ ਸੀਗੇ। ਬੁੱਧੂ ਸ਼ਾਹ ਜਿਹੜਾ ਉਹਨਾਂ ਨੇ ਮਦਦ ਕੀਤੀ ਮਹਾਰਾਜ ਦੀ ਲੜਾਈਆਂ ਦੇ ਵਿੱਚ, ਉਹ ਕੋਈ ਅੰਮ੍ਰਿਤਧਾਰੀ ਸੀਗੇ।
ਇਸੇ ਤਰ੍ਹਾਂ ਜਿਹੜੇ ਹੋਰ ਅਨੇਕਾਂ ਜਿਹੜੇ ਬੰਦੇ, ਕਿਰਪਾਲ ਚੰਦ ਜਿਹੜਾ ਭੰਗਾਣੀ ਦੇ ਯੁੱਧ ਦੇ ਵਿੱਚ ਆਉਂਦਾ ਵੀ ਉਹਨੇ ਉਹਦਾ ਕੁਤਬਾ ਜਿਹੜਾ ਸੀ ਉਹਦੇ ਨਾਲ ਹੀ ਸਿਰ ਫੇਕੇ ਰੱਖਦਾ, ਉਹ ਜਿਹੜਾ ਪਠਾਨ ਸੀਗਾ ਉਹਦਾ, ਕਿ ਉਹ ਅੰਮ੍ਰਿਤਧਾਰੀ ਸੀਗਾ। ਕਹਿਣ ਦਾ ਮੇਰਾ ਮਤਲਬ ਜਿਹੜੀ ਸਾਡਾ ਇਹ ਜਿਹਨੂੰ ਅਸੀਂ ਤੁਸੀਂ ਮਲਗੋਬਾ ਕਹਿ ਦੋਗੇ ਜਾਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਦੇ ਕਾਊਂਟ ਡਿਫਰੈਂਟ ਲੈਵਲ ਤੇ, ਜੇ ਅਸੀਂ ਉਹਨਾਂ ਚੀਜ਼ਾਂ ਨੂੰ ਬਾਹਰ ਕੱਢੀ ਜਾਵਾਂਗੇ, ਇਹ ਵੀ ਨਹੀਂ ਮਨਜ਼ੂਰ, ਇਹ ਸਾਮ ਦਾ ਇਹਨੂੰ ਪੰਜਾਬੀ ਨਹੀਂ ਆਉਂਦੀ, ਇਹ ਵੀ ਨਹੀਂ ਮਨਜ਼ੂਰ ਕਿਉਂਕਿ ਰਾਜਸਥਾਨ ਦਾ ਇਹ ਰਾਜਸਥਾਨੀ ਬੋਲੀ ਬੋਲਦਾ, ਰਹਿ ਕੀ ਜਾਊਗਾ ਵਾਪਸ ਦੇ ਵਿੱਚ। ਸਾਡੀ ਤਾਂ ਜਿਹੜੀ ਸਿੱਖ ਕੌਮ ਆ, ਗੁਰੂ ਗ੍ਰੰਥ ਸਾਹਿਬ ਦੀ ਬਣਤਰੀ ਦੇਖ ਲਓ, ਉਹਦੇ ਵਿੱਚ ਕਿੰਨੀਆਂ ਬੋਲੀਆਂ ਨੇ, ਲਿਪੀ ਜ਼ਰੂਰ ਗੁਰਮੁਖੀ ਆ ਪਰ ਕਿੰਨੀਆਂ ਬੋਲੀਆਂ ਨੇ। ਸਾਡਾ ਜਿਹੜਾ ਧਰਮ ਸਾਂਝੀਵਾਲਤਾ ਪੈਦਾ ਕਰਦਾ, ਨਾ ਕਿ ਐਕਸਕਲੂਸਿਵਨੈਸ ਪੈਦਾ ਕਰਦਾ, ਪਰ ਅਸੀਂ ਸਾਂਝੀਵਾਲਤਾ ਦਾ ਜਿਹੜਾ ਸੀਗਾ ਜਿਹੜਾ ਪੈਗਾਮ ਮਹਾਰਾਜ ਦਾ, ਉਹਨੂੰ ਇਗਨੋਰ ਕਰ ਕਰਕੇ ਆਪਣੇ ਆਪ ਨੂੰ ਥੋੜਾ ਥੋੜਾ ਕਰੀ ਜਾਂਦੇ। ਜਿਵੇਂ ਕਹਿੰਦੇ ਨਾ 2 ਬਿੱਲੀਆਂ ਦੀ ਲੜਾਈ ਹੋਈ, ਮੰਕੀ ਆ ਗਿਆ ਰਸਤੇ, ਕਹਿੰਦਾ ਮੈਂ ਤੁਹਾਡਾ ਫੈਸਲਾ ਕਰਦਾ, ਉਹ ਰੋਟੀ ਸਾਰੀ ਉਹ ਆਪ ਹੀ ਖਾ ਗਿਆ, ਉਹ ਰਹਿ ਜਾਂਦੀਆਂ ਬਗੈਰ ਹੀ। ਉਹ ਸਾਡੀ ਹਾਲਤ ਹੋਈ ਹੈ। ਅਸੀਂ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ ਕਿ ਵੀ ਸਾਡਾ ਬੇਸ ਕੀ ਹੈ ਤੇ ਸਾਡੀ ਟੌਪ ਕੀ ਹੈ, ਅਸੀਂ ਦੋਨਾਂ ਨੂੰ ਇਕੱਠਾ ਹੀ ਕਰੀ ਜਾਂਦੇ ਹਾਂ। ਜਿੰਨਾ ਚਿਰ ਤੁਹਾਡਾ ਬ੍ਰੌਡਰ ਬੇਸ ਨਾ ਹੋਗਾ, ਤੁਹਾਡੀ ਟੌਪ ਵੀ ਤਾਂ ਨਹੀਂ ਬਚ ਸਕਦੀ ਹੈ, ਉਹ ਇੱਕਦਮ ਕੋਲੈਪਸ ਹੋ ਜੂਗੀ। ਸਾਨੂੰ ਲੋੜ ਹੈ ਰੈਕਗਨਾਈਜ਼ ਕਰਨ ਦੀ, ਬੇਸ ਸਾਡਾ ਕੀ ਹੈ ਤੇ ਸਾਡਾ ਜਿਹੜਾ ਗੋਲ ਕੀ ਹੈ। ਮੈਨੂੰ ਖਾਂਸੀ ਆ ਰਹੀ ਹੈ, ਸੌਰੀ, ਆਈ ਹੈਵ ਟੂ ਸਟਾਪ ਹੇਅਰ। ਨਹੀਂ, ਥੈਂਕ ਯੂ ਤੁਹਾਡਾ ਸੀ ਥੈਂਕ ਯੂ ਫॉर योर ਇਨਪੁਟ। ਸਾਡਾ ਇਹ ਕੋਈ ਮੇਰਾ ਖਿਆਲ ਕਿਸੇ ਸਪੀਕਰ ਦੀ ਇੰਟੈਂਟ ਨਹੀਂ ਸੀ, ਪਰ ਜਿਹੜਾ ਤੁਹਾਡਾ ਪਰਸਪੈਕਟਿਵ ਹੈ, ਕੋਈ ਸ਼ੱਕ ਨਹੀਂ, ਗੁਰੂ ਨਾਨਕ ਮਹਾਰਾਜ ਦਾ ਟੈਂਟ ਬਹੁਤ ਵੱਡਾ, ਇਟਸ ਆਲ ਇਨਕਲੂਸਿਵ, ਇਟਸ ਆਲ ਐਮਬ੍ਰੇਸਿੰਗ। ਅਸੀਂ ਲੋਕਾਂ ਨੇ ਵਿੱਚ ਵੰਡੀਆਂ ਪਾਈਆਂ ਹੋਈਆਂ, ਪਰ ਜਿੱਥੋਂ ਤੱਕ ਵਿਰਸੇ ਨਾਲ ਜੁੜਨ ਦੀ ਲੋੜ ਹੈ, ਗੁਰੂ ਨਾਨਕ ਦਾ ਵਿਰਸਾ ਵੀ ਤਾਂ ਸਭੇ ਸਾਂਝੀਵਾਲ ਸਦਾਏ ਨਾਲ ਹੈ। ਗੁਰੂ ਨਾਨਕ ਦਾ ਵਿਰਸਾ ਵੀ ਤਾਂ ਹੈ ਊਚ ਨੀਚ, ਜਾਤ ਪਾਤ, ਭੇਦ ਭਾਵ ਤੋਂ ਉੱਪਰ ਉੱਠ ਕੇ ਸਭ ਬੱਕੜੀ ਪਾਉਣ ਵਾਲਾ। ਗੁਰੂ ਨਾਨਕ ਦਾ ਵਿਰਸੇ ਨੇ ਤਾਂ ਇਹੀ ਕਿਹਾ ਵੀ ਭਾਈ ਇਮਾਨਦਾਰੀ ਹੋਵੇ, ਸੁੱਚ ਹੋਵੇ ਤਾਂ ਸੱਚ ਪਾਈਏ, ਆਸਾ ਦੀ ਵਾਰ ਹੈ ਜੀ। ਉਹ ਸੁੱਚ ਕੱਲੀ ਬਾਹਰਲੇ ਸਰੀਰ ਦੀ ਨਹੀਂ ਸੀ, ਸੁੱਚ ਅੰਦਰ ਦੀ ਵੀ ਸੁੱਚਤਾ ਸੀ, ਜਿਹਦੇ ਤੇ ਜ਼ੋਰ ਹੈ ਵੈਲਿਊ ਸਿਸਟਮ ਦੀ, ਮੋਰਲ ਵੈਲਿਊਜ਼ ਦੀ, ਐਥਿਕਸ ਦੀ ਸੁੱਚਤਾ। ਤੇ ਦੂਜੇ ਪਾਸੇ ਇਹ ਹੈ ਕੱਲੇ ਜਿਹੜਾ ਪਹਿਰਾਵਾ, ਜਿਹੜਾ ਬਾਹਰੀ ਸਿੱਖ ਦਾ ਕਕਾਰੀ ਦਸਤਾਰਧਾਰੀ ਹੋਣਾ ਜਿੱਥੇ ਤੱਕ ਜ਼ਰੂਰੀ ਹੈ, ਉਹਦੇ ਨਾਲ ਜਿਹੜੇ ਦੂਜੇ ਹੈ ਉਹਨਾਂ ਦੀ ਵੀ ਸਿਗਨੀਫੀਕੈਂਸ ਆ, ਉਹਨਾਂ ਦੀ ਵੀ ਇੰਪੋਰਟੈਂਸ ਆ, ਕਿਉਂਕਿ ਸਾਡੀ ਜਿਹੜੀ ਪਾਈਪਲਾਈਨ ਹੈ ਉਹ ਸਾਡੀ ਪਾਈਪਲਾਈਨ ਉਹੀ ਹੈ ਜਿਹੜੇ ਦੂਜੀ ਹੈ, ਚਾਹੇ ਵਣਜਾਰੇ ਸਿੱਖ ਨੇ, ਚਾਹੇ ਕਸ਼ਮੀਰੀ ਸਿੱਖ ਨੇ, ਚਾਹੇ ਉਹ ਰਾਜਸਥਾਨੀ ਸਿੱਖ ਨੇ, ਚਾਹੇ ਉਹ ਦੱਖਣੀ ਸਿੱਖ ਨੇ, ਸਾਰੇ ਜਿਹੜੇ ਸਿੱਖ ਨੇ, ਜਿਹੜਾ ਗੁਰੂ ਨਾਨਕ ਦੇ ਦਰ ਤੇ ਆ ਗਿਆ, ਮੱਥਾ ਟੇਕ ਗਿਆ, ਉਹ ਫਰਜ਼ ਉਸ ਜਿਹੜਾ ਦਰ ਤੇ ਆਇਆ ਹੈ, ਉਸ ਦਰ ਦੇ ਜਿਹੜੇ ਪ੍ਰਬੰਧਕ ਨੇ, ਸੇਵਾ ਸੰਭਾਲਦਾਰ ਨੇ, ਉਹਨਾਂ ਦਾ ਫਰਜ਼ ਹੁੰਦਾ ਉਹਨਾਂ ਨੂੰ ਗਲਬੱਕੜੀ ਚ ਲੈ ਕੇ ਅਸੀਂ ਪਿਆਰ ਕਰੀਏ, ਉਹਨਾਂ ਦੇ ਨਾਲ ਅਸੀਂ ਰਲ ਮਿਲ ਕੇ ਉੱਠ ਕੇ ਬੈਠੀਏ, ਉਹਨਾਂ ਨੂੰ ਹੋਰ ਵੀ ਇੱਧਰਲੇ ਪਾਸੇ ਦੀ ਜਾਣ ਪਛਾਣ ਕਰਾਈਏ, ਤਾਂ ਕਿ ਉਹਨਾਂ ਦੇ ਮਨਾਂ ਦੇ ਵਿੱਚ ਵੀ ਇਹ ਪਿਆਰ, ਉਤਸ਼ਾਹ ਤੇ ਪ੍ਰੇਰਨਾ ਪੈਦਾ ਹੋਵੇ। ਭਾਈ ਇਹ ਤਾਂ ਇੰਨਾ ਅੱਛਾ ਸੁੱਚਾ ਨਿਰਮਲ ਮਾਰਗ ਹੈ, ਨਾਨਕ ਨਿਰਮਲ ਪਥ ਚਲਾਇਆ, ਅਸੀਂ ਵੀ ਇਸ ਮਾਰਗ ਦੇ ਪੱਤੀ ਬਣ ਸਕੀਏ। ਆਈ ਥਿੰਕ ਇਹ ਸਾਡੇ ਸਾਰਿਆਂ ਨੂੰ ਇਸ ਪਾਸੇ ਜੀਣ ਦੀ ਲੋੜ ਹੈ ਜੀ। ਹਾਂਜੀ सुच्चा सिंह जी, वाहिगुरु जी, वाहिगुरु जी फतेह। हाँ जी जी, कुछ ऐड करूं कुछ? हाँ जी, जैसे मतलब आपने बोला कि सुच होवे ता सच पाइए, मतलब सच दे नाल ही आदमी सुच होना, ते सच जे सुच होगा मतलब बंदा अंदर तो सुचा तो तभी सच मिल सकता। तो गल मतलब जो गुरबाणी की अगर बात करते हैं, गुरबाणी एक सच्ची है, ते सच्ची बाणी नू समझने वास्ते आदमी सच्चा होना चाहिए। लेकिन आज साढ़े इस अंदर के आगे साढ़े अंदर जो झुके मतलब जो बिल्कुल ही झूठ बोलते हैं, सारे सुबह से लेकर शाम तक झूठ बोलेंगे, उन्हें बाणी किस तरह समझ आ सकती है? जो इंसान कभी झूठ बोलते हैं कभी सच बोलते हैं, वो कंफ्यूज है, उन्होंने भी समझ नहीं आ सकते। और कितने लोग ने जो सच ही सच बोलते हैं, ईमानदार से काम करते हैं, वो कितने लोग ने उन्होंने माइंड सेट है वो इस तरह मतलब हाई लेवल का हो जाता है। जिस गुरुओं ने जो बाणी उचारी है, ये उनकी जीवन की एक सच्चाई है, उनके अंदर उन्होंने मतलब उनका करैक्टर इसमें बयान कर दी। गुरबाणी की जो है वो सारी सच्ची है। तो सच्ची नू पाण वास्ते अंदर सच भी चाहिए, और सच्चे की गल समझने वास्ते भी सच चाहिए। तो सच के बिना कुछ भी नहीं है। जो तो सच के सच्चे नाम की लग भूख, वो तो भूख है आई चले सब दुख। तो सच पहले होना चाहिए, तभी सिक्खी समझ आओगे, तभी गुरबाणी समझ आओगे।
ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ। ਦੇਖੋ ਗੁਰੂ ਅਮਰਦਾਸ ਜੀ ਮਹਾਰਾਜ ਕੀ ਸਾਨੂੰ ਉਪਦੇਸ਼ ਕਹਿੰਦੇ, ਜੀਓ ਨਿਰਮਲ ਤਾਂ ਬਾਹਰੋਂ ਨਿਰਮਲ। ਬਈ ਜੇ ਅੰਦਰ ਨਿਰਮਲ ਹੋਊਗਾ ਤਾਂ ਹੀ ਬਾਹਰੋਂ ਨਿਰਮਲਤਾ ਪ੍ਰਗਟ ਹੋਊਗੀ। ਜੀਓ ਨਿਰਮਲ ਤਾਂ ਸਤਿਗੁਰ ਤੇ ਕਰਨੀ ਕਮਾਣੀ ਫੇਰ ਹੈ, ਕਿਉਂਕਿ ਜਦੋਂ ਜੀ ਵਿੱਚ ਨਿਰਮਲਤਾ ਨਾ ਜੀ, ਜਦੋਂ ਅੰਦਰੋਂ ਨਿਰਮਲ ਹੈ, ਜਿਹੜੀ ਅੰਦਰ ਦੀ ਯਾਤਰਾ ਹੈ, ਇਹ ਫਿਰ ਸਤਿਗੁਰ ਦੇ ਬਚਨਾਂ ਤੇ ਕਰਨੀ ਦੇ ਉੱਤੇ, ਕਰਨੀ ਤੇ ਕਥਨੀ ਤੇ ਪੂਰਾ ਹੁੰਦਾ ਬੰਦਾ ਫਿਰ ਪਹਿਰਾ ਦਿੰਦਾ ਹੈ। ਸੋ ਸਾਨੂੰ ਜਿਹੜਾ ਉਪਦੇਸ਼ ਹੈ ਭਾਈ, ਉਹ ਸਾਨੂੰ ਆਪ ਸੁਣਨ, ਪੜ੍ਹਨ, ਵਿਚਾਰਨ ਤੇ ਜੀਵਨ ਤੇ ਲਾਉਣ ਦੀ ਲੋੜ ਹੈ, ਤਾਂ ਕਿ ਅਸੀਂ ਗੁਰੂ ਦੇ ਦੱਸੇ ਮਾਰਗ ਤੇ ਚੱਲ ਸਕੀਏ ਤੇ ਜੀਵਨ ਸਫਲਾ ਕਰ ਸਕੀਏ ਤੇ ਹੋਰਨਾਂ ਨੂੰ ਵੀ ਅਸੀਂ ਪ੍ਰੇਰਨਾ ਦੇ ਸਕੀਏ ਇਸ ਮਾਰਗ ਤੇ ਚੱਲਣ ਦੇ ਲਈ। ਹਾਂਜੀ, ਹੁਣ ਆਪਾਂ ਲਾਸਟ ਮਿੰਟ ਵੀ ਹੈ 9:53, ਇੱਕ 2 ਮਿੰਟ ਲਈ ਲਾਸਟ ਮਿੰਟ ਕਿਸੇ। ਹਾਂਜੀ ਬਸ ਉਸ ਦਾ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? 1 ਮਿੰਟ ਲਈ ਪਲੀਜ਼, ਆਪਾਂ 1-2 ਮਿੰਟ ਸਾਰੇ। ਸਾਡਾ ਸਰੀਰ ਹੈ, ਸਾਨੂੰ ਗਾਡ ਨੂੰ ਰਿਪਰੈਜ਼ੈਂਟ ਕਰਨਾ ਚਾਹੀਦਾ। ਸਿੱਖ ਨੂੰ ਵੇਖ ਕੇ ਰੱਬ ਯਾਦ ਆਵੇ ਵੀ ਰੱਬ ਏਦਾਂ ਦਾ ਹੋਣਾ ਜਿੱਦਾਂ ਦਾ ਸਿੱਖ ਹੈ। ਹਰਿਮੰਦਰ ਇਹ ਸਰੀਰ ਹੈ, ਕਿਉਂ ਨਹੀਂ ਆਪਾਂ ਇਸ ਨੂੰ ਆਪਣਾ ਆਈਡੀਅਲ ਬਣਾਉਂਦੇ ਕਿ ਇਹ ਸਰੀਰ ਹਰੀ ਦਾ ਨਿਵਾਸ ਸਥਾਨ ਹੈ। ਜਦੋਂ ਅਸੀਂ ਇਹਨੂੰ ਆਦਰਸ਼ ਬਣਾ ਲਿਆ ਨਾ ਕਿ ਰੱਬ ਦਾ ਘਰ ਹੈ ਸਾਡਾ ਸਰੀਰ, ਤੇ ਵਿੱਚੋਂ ਫਿਰ ਵਿਕਾਰ ਆਪਣੇ ਆਪ ਸਾਨੂੰ ਕੱਢਣੇ ਪੈਣੇ, ਕਿਉਂਕਿ ਰੱਬ ਦਾ ਘਰ ਇਹਨੂੰ ਰੱਖਣ ਲਈ ਪਰਹੇਜ਼ ਤਾਂ ਵਿਕਾਰਾਂ ਦਾ ਕਰਨਾ ਪੈਣਾ। ਉਹ ਜਦ ਤੱਕ ਅਸੀਂ ਆਪਣੇ ਸਰੀਰ ਨੂੰ ਪਦਾਰਥਵਾਦੀ ਕੀਮਤਾਂ ਲਈ ਵਰਤ ਰਿਹਾ ਇਨਸਾਨ ਅੱਜ ਕੱਲ੍ਹ ਦਾ, ਪਦਾਰਥ ਇਕੱਠੇ ਕਰੋ, ਵਸਤਾਂ ਇਕੱਠੀਆਂ ਕਰੋ। ਵਸਤਾਂ ਕੋਈ ਪਾਏਦਾਰ ਨਹੀਂ, ਇਹ ਵਸਤਾਂ ਨਾਸ਼ਵਾਨ ਨੇ, ਕੋਠੀਆਂ ਨਾਸ਼ਵਾਨ ਨੇ, ਪਲੇਸਿਸ ਨਾਸ਼ਵਾਨ ਨੇ। ਅਸੀਂ ਤਾਂ ਸਦੀਵ ਕਾਲ ਲਈ ਜੀਵਨ ਜੀਣਾ ਹੈ। ਇਹ ਮਨੁੱਖ ਦਾ ਜੀਵਨ ਜਿਹੜਾ ਹੈ ਸਾਨੂੰ ਕਾਲ ਤੋਂ ਅਕਾਲ ਹੋਣ ਲਈ ਮਿਲਦਾ ਹੈ। ਕਾਲ ਦੇ ਵਿੱਚ ਅਸੀਂ ਹੈਗੇ ਹਾਂ, ਅਸੀਂ ਮੌਤ ਦੇ ਵਿੱਚ ਹੈਗੇ ਹਾਂ, ਸਾਡਾ ਕਾਲ ਸਮਾਂ ਨਿਯਤ ਹੈ, ਪਰ ਅਸੀਂ ਕੰਮ ਇੰਨੇ ਵਧੀਆ ਕਰਨੇ ਨੇ, ਸਿਰਜਣਾਤਮਕ ਕਰਮ ਕਰਨੇ ਨੇ, ਪਰਉਪਕਾਰ ਕਰਨਾ ਹੈ, ਸੇਵਾ ਨਿਮਰਤ ਰਹਿਣਾ। ਐਸੇ ਕੰਮ ਕਰਕੇ ਅਸੀਂ ਮਰਨ ਤੋਂ ਬਾਅਦ ਵੀ ਅਕਾਲ ਹੋ ਜਾਣਾ ਹੈ। ਮੋਇਆ ਗੰਢ ਨੇਕੀ ਸੱਤ ਹੋਏ, ਮਰ ਜਾਵਾਂਗੇ ਤਾਂ ਵੀ ਸਾਡੀ ਗੰਢ ਪਈ ਰਹਿਣੀ ਹੈ। ਨੇਕੀ ਤੇ ਸਚਾਈ ਕਰਕੇ ਸਾਡੀ ਗੰਢ ਜਿਹੜੀ ਹੈ ਸਦਾ ਲਈ ਪਈ ਰਹੇਗੀ। ਸਾਨੂੰ ਸਦੀਵ ਕਾਲ ਹੋਣ ਲਈ ਹਰਮੰਦਰ ਇਹ ਸਰੀਰ ਦੀ ਉਪਾਸਨਾ ਕਰਨੀ ਚਾਹੀਦੀ ਹੈ। ਧੰਨਵਾਦ। ਹਾਂਜੀ, ਬਿਲਕੁਲ ਸਹੀ ਹੈ ਤੁਹਾਡੀ ਗੱਲ, ਆਪਦੀ ਪਰਸਨਲ ਲੈਵਲ ਤੇ ਇਹ, ਪਰ ਦੂਜੇ ਪਾਸੇ ਸੰਸਾਰਕ ਲੈਵਲ ਤੇ ਵੀ ਹੈ। ਜਿਹੜੇ ਆ ਬਾਹਰ ਲਿਖਿਆ, ਜੋ ਦਿਸੈ ਸੋ ਤੇਰਾ ਰੂਪ, ਜਿਹੜਾ ਦੇਖਣ ਨੂੰ ਸਾਡੇ ਵਰਗਾ ਨਹੀਂ ਵੀ ਲੱਗਦਾ, ਉਹਦੇ ਵਿੱਚ ਰੱਬੀ ਦੀ ਜੋਤ, ਰੱਬ ਦੀ ਜੋਤ ਨੂੰ ਦੇਖ ਕੇ ਉਹਦੇ ਨਾਲ ਵੀ ਪਿਆਰ, ਸਦਭਾਵਨਾ, ਤੇ ਉਹਦੇ ਨਾਲ ਵੀ ਉਹਦੇ ਵਿਚਾਰਾਂ ਦੇ ਵੀ ਉੱਤੇ ਤੁਸੀਂ ਜਿਹੜਾ ਚੰਗੇ ਆਪਣੇ ਜੀਵਨ ਦਾ ਪ੍ਰਭਾਵ ਪਾ ਸਕਦੇ ਹੋ ਤੇ ਉਹਨੂੰ ਗੁਰੂ ਨਾਨਕ ਦੇ ਘਰ ਨਾਲ ਜੋੜ ਸਕਦੇ ਹੋ। ਹਾਂਜੀ ਡਾਕਟਰ ਕੁਲਵਿੰਦਰ ਸਿੰਘ ਜੀ, ਤੁਸੀਂ ਕੁਝ ਕਹਿਣਾ? ਹਾਂਜੀ, ਜੋ ਦਿਸੇ ਸੋ ਤੇਰਾ ਰੂਪ ਤੋਂ ਆ ਗਿਆ ਵੀ ਕੋਈ ਬੋਲੇ ਰਾਮ ਰਾਮ, ਕੋਈ ਖੁਦਾਈ, ਕੋਈ ਸਿਵੇ ਨਹੀਂ, ਕੋਈ ਅੱਲਾਹ। ਜਦੋਂ ਅਸੀਂ ਪੋਲੀਟੀਕਲੀ ਸੋਚਦੇ ਹਾਂ, ਇੰਡੀਵਿਜੂਅਲੀ ਸੋਚਦੇ ਹਾਂ, ਉਹ ਕੋਈ ਸੋਚ ਗਲਤ ਨਹੀਂ ਹੁੰਦੀ। ਲੇਕਿਨ ਜਦੋਂ ਅਸੀਂ ਸਪਿਰਿਚੁਅਲੀ ਸੋਚਦੇ ਹਾਂ ਨਾ, ਤੇ ਉਹਦੇ ਵਾਸਤੇ ਮੈਂ ਇੱਕੋ ਗੱਲ ਹੀ ਮਹਿਸੂਸ ਕਰਦਾ ਵਾਂ ਕਿ ਸਿੱਖ ਨੂੰ ਆਲ ਇਨਕਲੂਸਿਵ ਸੋਚਣਾ ਪਏਗਾ। ਇੱਕ ਐਸੀ ਸਿਚੁਏਸ਼ਨ ਨੂੰ ਇਮੈਜਿਨ ਕਰਨਾ ਪਏਗਾ ਜਿਹਦੇ ਚ ਸੰਸਾਰ ਤੇ ਸਾਰੇ ਹੀ ਰਲ ਕੇ ਰਾਜ ਕਰਨ ਤੇ ਸਿੱਖ ਵੀ ਉਹਦਾ ਪਾਰਟ ਹੋਵੇ। ਉਹ ਸਿੱਖ ਅਲੱਗ-ਅਲੱਗ ਬੰਦਿਆਂ ਨੂੰ, ਅਲੱਗ-ਅਲੱਗ ਧਰਮਾਂ ਨੂੰ ਵੱਖਰਾ ਨਹੀਂ ਦੇਖ ਸਕਦਾ। ਜਿਸ ਤਰ੍ਹਾਂ ਡਾਕਟਰ ਕਿਰਪਾਲ ਸਿੰਘ ਜੀ ਨੇ ਕਿਹਾ ਕਿ ਜਿੱਦਾਂ ਗੁਰੂ ਦਸਮ ਪਾਤਸ਼ਾਹ ਨੂੰ ਜਦੋਂ ਉੱਥੋਂ ਚਮਕੌਰ ਸਾਹਿਬ ਤੋਂ ਕੱਢਣ ਵਾਲੇ ਕੌਣ ਸਨ? ਨਬੀ ਖਾਨ, ਗਨੀ ਖਾਨ, ਠੀਕ ਹੈ ਜੀ। ਸੋ ਮਤਲਬ ਇਸ ਤਰ੍ਹਾਂ ਹਰਿਮੰਦਰ ਸਾਹਿਬ ਦੀ ਨੀ ਸਾਈਂ ਮੀਆਂ ਮੀਰ ਜੀ ਨੇ ਰੱਖੀ ਹੈ। ਸੋ ਧਰਮ ਆਲ ਇਨਕਲੂਸਿਵ ਹੁੰਦੇ ਨੇ। ਸਾਡੇ ਸਾਰਿਆਂ ਦੇ ਮਨ ਸੋਚ ਬੜੀ, ਮੈਂ ਮਹਿਸੂਸ ਕਰਦਾ ਵਾ, ਓਨੈਸਟਲੀ ਕਹਾਂਗਾ ਕਿ ਅਸੀਂ ਅਲੱਗ-ਅਲੱਗ ਸੋਚ ਕੇ ਸੋਚਦੇ ਹਾਂ। ਅਸੀਂ ਸੋਚਦੇ ਕਿ ਸਿੱਖ ਲੱਗ ਗਿਆ, ਹਿੰਦੂ ਲੱਗ ਗਿਆ, ਮੁਸਲਮਾਨ ਲੱਗ ਗਿਆ, ਈਸਾਈ ਲੱਗ ਗਿਆ। ਗੁਰੂ ਨਾਨਕ ਸਾਹਿਬ ਸਾਨੂੰ ਇਹੀ ਦੱਸਦੇ ਨੇ ਕਿ ਇਹ ਭੋਲਿਓ ਲੱਗ ਨਹੀਂ ਹੈਗੇ। ਬਾਬੇ ਨਾਨਕ ਨੇ ਇੱਕ ਕੀਤੇ ਸੀ ਤੇ ਆਪਾਂ ਨੂੰ ਵੀ ਇੱਕ ਕਰਨ ਦੀ ਹੀ ਸੋਚਣੀ ਪਏਗੀ ਤੇ ਫੇਰ ਹੀ ਇਹ ਸਾਰੀ ਚੀਜ਼ ਖਤਮ ਹੋ ਸਕਦੀ ਹੈ। ਅਦਰਵਾਈਜ਼ ਇਹ ਸਟਰਗਲ ਚੱਲਦੇ ਹੀ ਰਹਿਣਗੇ। ਦੈਟਸ ਆਲ। ਥੈਂਕ ਯੂ ਜੀ, ਥੈਂਕ ਯੂ, ਬਿਊਟੀਫੁਲੀ ਸੈਡ। ਹਾਂਜੀ ਭਾਈ ਸੁੱਚਾ ਸਿੰਘ ਜੀ। ਹਾਂਜੀ ਸਰ ਜੀ, ਮੈਂ ਬਸ ਕੋਸ਼ਿਸ਼ ਕਰਦਾ 1 ਮਿੰਟ ਦੇ ਵਿੱਚ ਹੀ ਗੱਲ ਖਤਮ ਕਰਨ ਦੀ। ਜਿਹੜੀ ਸਾਡੀ ਸਾਰੀ ਵਿਚਾਰ ਦੇ ਸਾਰ ਦੇ ਵਿੱਚ 2-3 ਗੱਲਾਂ ਉੱਪਰ ਕੇ ਆਉਣੀਆਂ ਜੀ। ਉਹ ਇੱਕ ਕਿ ਅਸੀਂ ਬਾਰ-ਬਾਰ ਗੁਰੂ ਨਾਨਕ ਦੀ ਵਿਚਾਰਧਾਰਾ ਜਾਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੀ ਗੱਲ ਕਰਦੇ ਹਾਂ
ਤੇ ਲੇਕਿਨ ਅਸੀਂ ਅੱਜ ਤੱਕ ਕਿਧਰੇ ਵੀ ਇਸ ਤਰ੍ਹਾਂ ਡਿਫਾਈਨ ਕਰਕੇ ਆਮ ਲੋਕਾਂ ਨੂੰ ਕਾਮਨ ਮੈਸੇਜ ਨੂੰ ਇਹ ਨਹੀਂ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਕੀ ਹੈ ਜੀ। ਓਕੇ ਜੀ, ਹੁਣ ਉਹ ਹਰ ਇੱਕ ਐਸਪੈਕਟ ਤੇ ਅੱਡ ਹੋਏਗੀ, ਹੋ ਸਕਦੀ ਹੈ ਨਾ ਜੀ, ਹਰ ਇੱਕ ਐਸਪੈਕਟ ਹੈ ਉਹਦੇ ਉੱਪਰ ਕੀ ਵਿਚਾਰਧਾਰਾ ਹੈ, ਪੋਲੀਟੀਕਲ ਬੇਸ ਦੇ ਉੱਪਰ ਕੀ ਵਿਚਾਰਧਾਰਾ ਆ, ਤੇ ਜਾਂ ਫਿਰ ਫਾਈਨੈਂਸ਼ੀਅਲ ਸਿਸਟਮ ਉਹਦੇ ਉੱਪਰ ਗੁਰੂ ਨਾਨਕ ਦੀ ਵਿਚਾਰਧਾਰਾ ਕੀ ਹੈ। ਸੋ ਉਹ ਅਸੀਂ ਕਦੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੱਟ ਕੇ ਨਹੀਂ ਰੱਖੀਆਂ। ਔਰ ਜਿਸ ਵੇਲੇ ਅਸੀਂ ਗੱਲ ਕਰਦੇ ਹਾਂ, ਇੱਕ ਪਾਸੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਕੰਪਲੀਟ ਵਿਚਾਰਧਾਰਾ ਦੀ ਗੱਲ ਕਰ ਜਾਂਦੇ, ਨਾਲੇ ਹੀ ਨਾਲ ਅਸੀਂ ਇਹਦੇ ਪੈਰਲਲ ਉਹ ਚੀਜ਼ਾਂ ਵੀ ਰੱਖੀਆਂ ਹੋਈਆਂ ਜਿਹੜੀਆਂ ਇਹਦੇ ਕਾਊਂਟਰ ਹੈਗੀਆਂ, ਜਿਹੜੀਆਂ ਇਹਦੇ ਬਿਲਕੁਲ ਅਗੇਂਸਟ ਚੱਲਦੀਆਂ ਕਈ ਵਿਚਾਰਧਾਰਾਵਾਂ ਦੇ ਵਿੱਚ। ਉਹਦੇ ਵਿੱਚ 10ਮ ਗ੍ਰੰਥ ਵੀ ਆਉਂਦਾ, ਉਹਦੇ ਵਿੱਚ ਹੋਰ ਵੀ ਗ੍ਰੰਥ ਆਉਂਦੇ ਆ, ਔਰ ਉਹਨਾਂ ਨੂੰ ਅਸੀਂ ਪੂਰੀ ਤਰ੍ਹਾਂ ਕਦੇ ਵੀ ਰਿਜੈਕਟ ਨਹੀਂ ਕੀਤਾ, ਕੰਡੈਮ ਨਹੀਂ ਕੀਤਾ, ਅਸੀਂ ਪੂਰਾ ਉਹਨੂੰ 100% ਨਾਲ ਲੈ ਕੇ ਚੱਲ ਰਹੇ ਹਾਂ। ਠੀਕ ਹੈ ਜੀ। ਹੁਣ ਮੈਂ ਸਿਰਫ ਇੱਕ ਵਿਚਾਰਧਾਰਾ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਆਪ ਜੀ ਦੇ ਨਾਲ ਸ਼ਬਦ ਦੇ ਰਾਹੀਂ ਗੱਲ ਕਰਨ ਲੱਗਾ। ਸੋਰਠ ਮਹਲਾ 5ਵਾਂ, ਠੀਕ ਹੈ ਜੀ, ਉੱਥੇ ਲਿਖਿਆ ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਛਾਰੀ, ਇਸ ਆਗੇ ਕੋ ਨਾ ਟਿਕੈ ਵਿਕਾਰੀ, ਔਰ ਪੂਰੇ ਇਹ ਗੱਲ ਸਾਰੀ। ਮੇਰੇ ਗੁਰੂ ਨੇ ਮੈਨੂੰ ਇਹ ਸਮਝਾਇਆ ਕਿ ਤੇਰੇ ਅੰਦਰ ਐ ਸਿੱਖ ਨਿਮਰਤਾ ਸੁਭਾਓ ਤੇਰੇ ਕੋਲ ਹੋਇਆ ਤਾਂ ਫਿਰ ਇਹਦੇ ਅੱਗੇ ਕੋਈ ਵੀ ਵਿਕਾਰੀ, ਵਿਕਾਰ ਕਰਨੇ ਵਾਲਾ ਤੇ ਵਿਕਾਰ ਤੇਰੇ ਆਪਣਾ ਵਿਕਾਰ ਵੀ, ਉਹ ਕਹਿੰਦੇ ਟਿਕ ਨਹੀਂ ਸਕੇਗਾ। ਤੇ ਜਿਹੜੀ ਸਾਡੀ ਈਵਨ ਜਿਹੜੀ ਅੱਜ ਵੀ ਅਸੀਂ ਸਾਰੇ ਕਈ ਪਹਿਲਾਂ ਅਸੀਂ ਗੱਲਬਾਤ ਕਰ ਰਹੇ ਸੀਗੇ ਨਾ ਜੀ, ਉਹਦੇ ਵਿੱਚ ਅਸੀਂ ਕੀ ਕਰਦੇ ਹਾਂ, ਸਿੱਖ ਕੌਮ ਦੀ ਡੇ 1 ਤੋਂ ਪ੍ਰੋਬਲਮ ਇਹ ਰਹੀ ਹੈ ਕਿ ਜਦੋਂ ਅਸੀਂ ਕੁਝ ਵੀ ਪਾਉਂਦੇ ਹਾਂ ਜਾਂ ਸਾਡੇ ਕੋਲ ਤਾਕਤ ਆਉਂਦੀ ਹੈ ਤਾਂ ਫਿਰ ਅਸੀਂ ਦੂਸਰਿਆਂ ਨੂੰ ਇਨਸਟੀਗੇਟ ਕਰਦੇ ਹਾਂ, ਉਕਸਾਉਂਦੇ ਹਾਂ। ਇਸ ਪ੍ਰੋਬਲਮ ਨੇ ਸਾਡੇ ਉੱਪਰ ਹਮੇਸ਼ਾ ਹੀ ਸਾਡੇ ਉੱਪਰ ਜਿਹੜੇ ਇਹ ਘੱਲੂਘਾਰੇ ਲਿਆਂਦੇ ਆ, ਤੇ ਇਸ ਚੀਜ਼ ਨੂੰ ਰੈਕਗਨਾਈਜ਼ ਕਰਨ ਦੀ ਜ਼ਰੂਰਤ ਹੈਗੀ ਆ ਕਿ ਜਿਹੜਾ ਇਨਸਟੀਗੇਟ ਕਰਨਾ ਛੱਡੀਏ ਲੋਕਾਂ ਨੂੰ। ਜੇ ਸਾਡੇ ਕੋਲ ਕੁਛ ਹੈਗਾ, ਗੁਰੂ ਮਹਾਰਾਜ ਦਾ ਤਾਂ ਹੁਕਮ ਹੈ ਕਿ ਜੋ ਕਛ ਪਾਵੇ ਤਾਂ ਗਰਵ ਕਰਦਾ ਹੈ, ਮਾਇਆ ਗਈ ਤਾਂ ਰੋਣ ਲੱਗਦਾ ਹੈ। ਠੀਕ ਹੈ ਜੀ। ਹੁਣ ਸਾਡੀ ਤਾਂ ਇਹ ਹਾਲਾਤ ਹੋਈ ਪਈ ਹੈ ਕਿ ਜਦੋਂ ਅਸੀਂ ਸਾਡੇ ਕੋਲੋਂ ਕੁਛ ਗੁਆਚਦਾ ਸੀ ਉਹਦੇ ਰੋਣਾ ਸ਼ੁਰੂ ਕਰ ਦਿੰਦੇ ਹਾਂ, ਜਦੋਂ ਕੁਛ ਆਇਆ ਅਸੀਂ ਹੰਕਾਰੀ ਹੋ ਕੇ ਫਿਰ ਦੂਸਰਿਆਂ ਨੂੰ ਇਨਸਟੀਗੇਟ ਕਰਨਾ ਸ਼ੁਰੂ ਕਰ ਦਿੰਦੇ ਹਾਂ। ਜੇ ਸਾਡੇ ਕੋਲ ਕੁਛ ਤਾਕਤ ਜਾਂ ਕੁਛ ਅੱਛੇ ਅਸੂਲ ਗੁਰੂਆਂ ਨੇ ਦਿੱਤੇ ਹੋਏ ਹੈਗੇ ਨਾ, ਉਹਨਾਂ ਨੂੰ ਸਾਂਭਣ ਦੀ ਕੋਸ਼ਿਸ਼ ਕਰੀਏ, ਨਾ ਕਿ ਲੋਕਾਂ ਨੂੰ ਉਕਸਾਉਣ ਦੀ ਕੋਸ਼ਿਸ਼ ਕਰੀਏ ਕਿ ਅਸੀਂ ਤਾਂ ਆਹ ਕਰ ਦਾਂਗੇ, ਅਸੀਂ ਤਾਂ ਉਹ ਕਰ ਦਿਆਂਗੇ। ਸਟੇਟ ਦੇ ਅੱਗੇ ਅਸੀਂ ਕਦੇ ਵੀ ਕੁਛ ਨਹੀਂ ਕਰ ਸਕਦੇ, ਕਦੇ ਵੀ ਨਹੀਂ ਕਰ ਸਕਦੇ, ਔਰ ਨਾ ਹੀ ਕਰ ਸਕੇ। ਇਸ ਵਾਸਤੇ ਕੋਈ ਉਸ ਤੋਂ ਅਗਾਂਹ ਵਾਲਾ ਹੋਰ ਤਰੀਕਾ ਲੱਭਿਆ ਜਾਵੇ ਜਿਸ ਦੇ ਨਾਲ ਸਾਡੇ ਵੀ ਕੰਮ ਸਰ ਸਕਣ ਤੇ ਸਾਡੇ ਬੱਚੇ ਵੀ ਗਾਂ ਵਾਸਤੇ ਬਚੇ ਰਹਿਣ। ਨਹੀਂ ਤਾਂ ਫਿਰ ਆਹੀ ਹਾਲਾਤ ਹੁੰਦੇ ਰਹਿਣਗੇ ਜਿਸ ਤਰ੍ਹਾਂ ਸਾਡੇ ਨਾਲ 84। ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਤਾਂ ਇਹ ਕਹਾਂਗਾ ਜੀ, ਦੇਖੋ ਇਸ ਵੇਲੇ ਹਰ ਸਿੱਖ ਨੂੰ ਗੁਰੂ ਦਾ ਬੁਲਾਰਾ ਬਣਨ ਦੀ ਲੋੜ ਹੈ, ਗੁਰੂ ਦੀ ਵਿਚਾਰਧਾਰਾ ਸਮਝਣ ਦੀ ਲੋੜ ਹੈ। ਗੁਰੂ ਤੋਂ ਦੂਰ ਹੋ ਜਾਣਾ, ਸਿੱਖ ਇਤਿਹਾਸ ਨੂੰ ਨਾ ਪੜ੍ਹਨਾ, ਨਾ ਵਿਚਾਰਨਾ, ਉਹਦੇ ਨਾਲ ਕੀ ਹੈ? ਉਹਦੇ ਨਾਲ ਫਿਰ ਕੀ ਹੁੰਦਾ, ਅਸੀਂ ਗੁਰੂ ਤੋਂ ਬੇਮੁਖ ਹੋ ਜਾਂਦੇ ਹਾਂ। ਅਸੀਂ ਗੁਰੂ ਨੂੰ ਮੰਨਦੇ ਆ ਲੇਕਿਨ ਗੁਰੂ ਦੀ ਨਹੀਂ ਮੰਨਦੇ। ਇਸ ਵੇਲੇ ਸਾਡੇ ਲਈ ਜਿਹੜੇ ਉੱਚੀ ਸੋਚ ਦਾ ਜਿਹੜਾ ਸਿੱਖਾਂ ਤੇ ਵਾਰ ਹੈ, ਉਹ ਜਿਹੜਾ ਹਮਲਾ ਜਿਹੜਾ ਹੈ ਵਿਚਾਰਧਾਰਾ ਦਾ ਹੈ। ਉਹ ਅਸੀਂ ਆਪਣੇ ਵਿਚਾਰਾਂ ਨੂੰ, ਆਪਣੇ ਸਿਧਾਂਤਾਂ ਨੂੰ, ਆਪਣੇ ਸਰੂਪ ਨੂੰ, ਆਪਣੀ ਵਿਲੱਖਣਤਾ ਨੂੰ ਆਈ ਥਿੰਕ ਇਹਨੂੰ ਬਚਾਉਣਾ ਤੇ ਸਿੱਖ ਸਾਈਕੀ ਨੂੰ ਉੱਤੇ ਲੈ ਕੇ ਜਾਣਾ ਤੇ ਚੜ੍ਹਦੀ ਕਲਾ ਤੇ ਜਿਹੜਾ ਨਾਨਕ ਨਿਰਮਲ ਪੰਥ ਦੇ ਉੱਤੇ ਜਿਹੜਾ ਪਹਿਰਾ ਦੇਣਾ, ਉਹ ਵਿਚਾਰਧਾਰਾ ਅਸੂਲਾਂ ਦੇ ਉੱਤੇ ਉਹਦੇ ਸਭ ਪਹਿਰਾ ਦੇਣੀ ਹੁੰਦਾ ਹੈ। ਤਾਂ ਕਿ ਫਿਰ ਸਾਡੀ ਜ਼ਿੰਮੇਵਾਰੀ ਕੌਮ ਦੀ ਹੈ। ਕੌਮ ਦੀ ਇੱਕ ਪਾਸੇ ਕਲੈਕਟਿਵ ਜ਼ਿੰਮੇਵਾਰੀ ਦੇ ਵਿੱਚ ਹਰਮਿੰਦਰ ਸਿੰਘ ਦਾ ਵੀ ਕੋਈ ਰੋਲ ਹੈ। ਹਰਮਿੰਦਰ ਸਿੰਘ ਪੰਥ ਕੋਈ ਦੂਜਾ ਨਹੀਂ, ਸੁੱਚਾ ਸਿੰਘ, ਕਿਰਪਾਲ ਸਿੰਘ, ਜੋਗਿੰਦਰ ਸਿੰਘ, ਹਰਮਿੰਦਰ ਸਿੰਘ, ਦਲਜੀਤ ਕੌਰ, ਅਸੀਂ ਸਾਰੇ ਰਲ ਕੇ ਹੀ ਵੀਰ ਪਾਠ ਕਰਦੇ। ਸਾਡੇ ਸਾਰਿਆਂ ਨੂੰ ਆਪੋ ਜ਼ਿੰਮੇਵਾਰੀ ਸੰਭਾਲਣ ਦੀ ਲੋੜ ਹੈ ਤਾਂ ਕਿ ਅਸੀਂ ਇਸ ਤਰ੍ਹਾਂ ਦਾ ਮਨ ਦੇ ਵਿੱਚ ਅਹਿਸਾਸ ਪੈਦਾ ਕਰ ਸਕੀਏ, ਇਸ ਤਰ੍ਹਾਂ ਦੀ ਸੋਚ ਪੈਦਾ ਕਰ ਸਕੀਏ ਤਾਂ ਕਿ ਅਸੀਂ ਆਉਂਦੇ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਨੂੰ ਕੋਈ ਚੁਣੌਤੀਆਂ ਜਿਹੜੀਆਂ ਆਈਆਂ ਨੇ ਤੇ ਅੱਗੇ ਤੋਂ ਜਿਹੜੀਆਂ ਆਉਣੀਆਂ ਨੇ, ਜਿਹੜੀਆਂ ਆ ਰਹੀਆਂ ਨੇ, ਉਹਨਾਂ ਨਾਲ ਅਸੀਂ ਸਾਵਧਾਨ ਹੋ ਕੇ ਸਿਰ ਜੋੜ ਕੇ ਇੱਕ ਦੂਜੇ ਨਾਲ ਅਸੀਂ ਵੀ ਕੌਮ ਦੇ ਭਲੇ ਲਈ ਅਸੀਂ ਚੰਗੇ ਪ੍ਰੋਗਰਾਮ ਜਿਹੜੇ ਲਿਖ ਸਕੀਏ, ਜਿਹੜੇ ਕਿ ਦੁਫਾੜ ਤੇ ਕੌਮ ਦੇ ਰਿਸੋਰਸ ਨੂੰ ਡਿਸਿਪੇਟ ਕਰਨ ਦੀ ਬਜਾਏ ਉਹ ਥੋੜੇ ਜਿਹੇ ਰਿਸੋਰਸਿਸ ਨਾਲ ਵੀ
ਮੈਕਸਿਮਮ ਜਿਹੜਾ ਬੈਨੀਫਿਟ ਹੈ ਲਿਆ ਸਕੇ। ਇਹੀ ਪੰਥ ਦੀ ਭਲਾਈ ਹੈ ਜੀ। ਥੈਂਕ ਯੂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ। ਅੱਜ I like to, if I may say that, I like to read this. ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ। ਗੁਰੂ ਮਹਾਰਾਜ ਕਹਿੰਦੇ ਨੇ, ਨਾ ਕੋਈ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਝ ਤੇਰਾ ਪਾਣਾ। ਅਗੰਮ ਅਗੋਚਰ ਬੇਅੰਤ ਅਥਾਹ, ਤੇਰੀ ਕੀਮਤ ਕਹਿਣ ਨਾ ਜਾਈ ਜੀਓ। ਖਾਕ ਸੰਦਨ ਕੀ ਦੇ ਪਿਆਰੇ, ਆਇਆ ਪਿਆ ਹਰ ਤੇਰੇ ਦੁਆਰੇ। ਦਰਸ਼ਨ ਪੇਖਤ ਮਨ ਘਾਵੇ, ਨਾਨਕ ਮਿਲਨ ਸੁਭਾਈ ਜੀਓ। ਤੇ ਸ਼ੁਰੂ ਹੁੰਦਾ ਸ਼ਬਦ ਇਹ, ਕਹਿੰਦੇ ਮਾਝ ਮਹੱਲਾ ਪੰਜਵਾਂ, ਕਹਿਆ ਕਰਨਾ ਦਿੱਤਾ ਲੈਣਾ, ਗਰੀਬਾਂ ਨਾਥਾਂ ਤੇਰਾ ਮਾਣਾ। ਸਭ ਕੇ ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕੋ ਬਲ ਜਾਈ ਜੀਓ। ਪਾਣੇ ਉਜੜ ਪਾਣੇ ਰਹਾ, ਪਾਣੇ ਹਰ ਗੁਣ ਗੁਰਮੁਖ ਗਵਾਹਾ। ਪਾਣੇ ਪਰਮ ਭਵੈ ਬਹੁ ਜੋਨੀ, ਸਭ ਕੁਝ ਤਿਸੈ ਰਜਾਈ ਜੀਓ। ਨਾ ਕੋਈ ਮੂਰਖ ਨਾ ਕੋਈ ਸਿਆਣਾ, ਸਭ ਕੁਝ ਪਰਸਾ। ਇਹ ਸਾਨੂੰ ਕੀ ਸਮਝਾਉਂਦੇ ਆ ਸ਼ਬਦ ਜਿਹੜੇ ਮਹਾਰਾਜ ਗੁਰੂ ਅਰਜਨ ਦੇਵ ਜੀ, ਸ਼ਹੀਦਾਂ ਦੇ ਸਰਤਾਜ ਜਿਨ੍ਹਾਂ ਨੇ ਸਾਰਾ ਕੁਛ ਕੀਤਾ, ਹਰਿਮੰਦਰ ਸਾਹਿਬ ਦੀ ਰਚਨਾ ਕੀਤੀ ਹੈ, ਸਾਨੂੰ ਇਹੀ ਦੱਸ ਰਹੇ ਨੇ, ਜੁੜੋ ਜੁੜੋ ਜੁੜੋ, ਨਾਲ ਜੁੜੋ, ਵੰਡੀਆਂ ਨਾ ਪਾਈ ਜਾਓ ਇੱਕ ਦੂਜੇ ਨਾਲ। ਮੂਰਖ ਤੇ ਤੁਸੀਂ ਸਿਆਣਾ, ਇਹ ਕੁਛ ਨਹੀਂ, ਉਹ ਸਾਰੇ ਉਹਦੇ ਖੇਲ ਰਚਾਇਆ ਹੋਇਆ। ਤੇ ਉਹਨੂੰ ਅੰਦਰ ਵਸਾਉਣ ਦੀ ਲੋੜ ਹੈ, ਤਰੀਕੇ ਲੱਭਣ ਦੇ, ਕਿਵੇਂ ਜੁੜਿਆ ਜਾਵੇ ਇੱਕ ਦੂਜੇ ਦੇ ਨਾਲ, ਤਾਂ ਕਿ ਜਿਹੜਾ ਪੰਥਕ ਉਪਦੇਸ਼ ਹੈ, ਜਿਹੜਾ ਗੁਰੂ ਮਹਾਰਾਜ ਦਾ, ਸਾਰੇ ਲੋਕ ਕਹਿੰਦੇ ਸੀ ਨਾਨਕ ਸ਼ਾਹ ਫਕੀਰ, ਹਿੰਦੂ ਦਾ ਗੁਰੂ, ਮੁਸਲਮਾਨ ਦਾ ਪੀਰ, ਉਹੀ ਮੁੜ ਕੇ ਸੁਰਜੀਤ ਹੋਵੇ, ਉਹੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਜਿਹੜਾ ਇਹ ਚੀਜ਼ਾਂ ਜਿਹੜੀਆਂ ਨੇ ਸ਼ੁਰੂਆਤ ਦੇ ਵਿੱਚ ਫੋਕਸ ਦੇ ਵਿੱਚ ਆਉਣ। ਇੰਨੀ ਅਰਜ਼ ਪ੍ਰਵਾਨ ਕਰਨਾ। ਵਾਹਿ ਖਾਲਸਾ ਵਾਹਿ ਫਤਿਹ। ਹਾਂਜੀ, ਅੱਜ ਦਾ ਇਹ ਜਿਹੜਾ ਪ੍ਰੋਗਰਾਮ ਹੈ ਜੀ, ਉਹ ਅਸੀਂ ਵੀ ਆਰ ਜਸਟ ਕਨਕਲੂਡਿੰਗ ਵਿਦ ਸੇਇੰਗ thank you for your views expressed are all individuals, they are not the official policy of the Voice of Manavta। ਆਪਣੇ ਇਹਨਾਂ ਨੂੰ ਜਿਹੜੀ ਹੈ ਸਪੋਰਟ ਕਰੋ। ਮੇਘਰਾਜ ਸਿੰਘ ਨੂੰ Voice of Manavta ਦੇ ਪ੍ਰੋਗਰਾਮ ਨੂੰ ਆਪਣੇ ਵਿਚਾਰਾਂ ਦੇ ਨਾਲ, ਸਲਾਹਾਂ ਦੇ ਨਾਲ, ਮਨ ਦੇ ਨਾਲ, ਜੋ ਵੀ ਤੁਸੀਂ ਕਰ ਸਕਦੇ ਹੋ। ਅਗਲੇ ਹਫਤੇ ਅਸੀਂ ਕਵਰ ਕਰਾਂਗੇ, ਕਿਉਂਕਿ ਪਿਛਲੇ ਕੁਝ ਦਿਨ ਪਹਿਲਾਂ ਕਬੀਰ ਜੀ ਦਾ ਜਨਮ ਦਿਨ ਸੀ। ਕਬੀਰ ਜੀ ਦੇ ਬਹੁਤ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, ਅਲੱਗ-ਅਲੱਗ ਰਾਗਾਂ ਦੇ ਵਿੱਚ, ਤੇ ਉਹਨਾਂ ਦਾ ਬੜੇ ਕਬੀਰ ਜੀ ਸੂਰਮੇ ਸੀ। ਆਪਾਂ ਅਗਲੇ ਹਫਤੇ ਉਹਨਾਂ ਬਾਰੇ ਗੱਲ ਕਰਾਂਗੇ। ਸੋ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿਹੜੀ ਕਬੀਰ ਜੀ ਦੀ ਬਾਣੀ ਹੈ, ਜਿਹੜਾ ਉਪਦੇਸ਼ ਹੈ, ਤੇ ਜਿਹੜੇ ਉਹਨਾਂ ਦੇ ਜਿਹੜਾ ਸਾਨੂੰ ਮਾਰਗਦਰਸ਼ਨ ਕੀਤਾ ਜੀਵਨ ਦਾ, ਉਹਦੇ ਉੱਤੇ ਲਾਈਫ ਐਂਡ ਲੈਗੇਸੀ ਐਂਡ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਜਿਹੜੀ, ਉਹਦੇ ਤੇ ਵਿਚਾਰ ਕਰਾਂਗੇ ਅਸੀਂ ਅਗਲੇ ਹਫਤੇ। ਠੀਕ ਹੈ ਜੀ, ਵਧੀਆ ਜੀ, ਓਕੇ ਜੀ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।